हेलो स्टूडेंट, एक बार फिर तो ਤੁਹਾਡਾ स्वागत है शिक्षा FM ਦੇ ऑनलाइन प्लेटफॉर्म ਤੇ। ਅੱਜ ਆਪਾਂ ਗੱਲ ਕਰਾਂਗੇ ਪੀਐਸ ਟੈਟ ਬਾਰੇ, ਜੋ ਪੇਪਰ 2 ਦੇ ਵਿੱਚ 60 ਨੰਬਰ ਦੀ ਆਪਾਂ ਨੂੰ 60 ਮਾਰਕਸ ਦੀ ਐਸਐਸਟੀ ਆਉਂਦੀ ਆ। ਉਹਦੇ ਵਿੱਚ ਜਿਹੜਾ ਆਪਣੇ ਕੋਲੇ ਤਿੰਨ ਸਬਜੈਕਟ ਆਉਂਦੇ ਆ, ਹਿਸਟਰੀ, ਪੋਲਿਟੀ ਤੇ ਜੀਓਗ੍ਰਾਫੀ। ਅੱਜ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੰਵਿਧਾਨ ਦੇ ਬਾਰੇ। ਇਹਦੇ ਵਿੱਚ ਸੰਵਿਧਾਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪੜਾਂਗੇ ਸੰਵਿਧਾਨ ਦੇ ਇਤਿਹਾਸ ਦੇ ਬਾਰੇ। ਠੀਕ ਹੈ ਜੀ। ਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਜੁਆਇਨ ਕਰ ਲਓ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ। ਹੁਣ ਆਪਾਂ ਗੱਲ ਕਰਾਂਗੇ ਭਾਰਤ ਦੇ ਸੰਵਿਧਾਨ ਦੇ ਬਾਰੇ, ਸੰਵਿਧਾਨ ਦੇ ਇਤਿਹਾਸ ਦੇ ਬਾਰੇ ਪੜਾਂਗੇ। ਤੇ ਅੱਜ ਆਪਣਾ ਪਹਿਲਾ ਦਿਨ ਆ। ਜੇ ਕਿਸੇ ਨੂੰ ਕੋਈ ਗੱਲ ਕਿਤੋਂ ਨਾ ਸਮਝ ਆਵੇ, ਤੁਸੀਂ ਇੱਕ ਵਾਰ, ਦੋ ਵਾਰ, ਤਿੰਨ ਵਾਰ ਪੁੱਛ ਸਕਦੇ ਹੋ। ਇਹਦੇ ਵਿੱਚ ਆਪਾਂ ਜ਼ਿਆਦਾ ਡੀਪ ਦੇ ਵਿੱਚ ਨਹੀਂ ਪੜਾਂਗੇ, ਕਿਉਂਕਿ ਪੀਐਸ ਟੈਟ ਦੇ ਵਿੱਚ ਅਗਰ ਵੇਖਿਆ ਜਾਵੇ ਨਾ, ਜੋ ਆਪਣਾ ਪਿੱਛੇ 2021 ਦਾ 2023 ਆ ਜਿਹੜਾ ਮਈ ਦੇ ਵਿੱਚ ਐਗਜ਼ਾਮ ਹੋਇਆ, ਹੁਣੇ 30 ਮਈ ਨੂੰ ਹੋਇਆ, ਐਸਐਸਟੀ ਦਾ ਪੋਰਸ਼ਨ ਹੈ ਨਾ, ਉਹ ਲਗਭਗ ਐਨਸੀਈਆਰਟੀ ਚੋਂ ਆਉਂਦਾ। ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜਿੰਨਾ ਵੀ ਮੈਂ ਤੁਹਾਨੂੰ ਪੜਾਵਾਂ ਉਹ ਐਨਸੀਈਆਰਟੀ ਲੈਵਲ ਤੇ ਹੀ ਕਰਵਾਵਾਂ, ਜਿਹਦੇ ਵਿੱਚ ਹਿਸਟਰੀ ਆ, ਜਿਓਗ੍ਰਾਫੀ ਆ, ਪੋਲਿਟੀ ਆ, ਤੇ ਐਨਸੀਈਆਰਟੀ ਜੋ ਆਪਾਂ ਟੌਪਿਕ ਕੀਤਾ ਉਹਦੇ ਐਮਸੀਕਿਊਜ਼ ਵੀ ਆਪਾਂ ਉਹਦੇ ਅਕੋਰਡਿੰਗ ਹੀ ਕਰਾਂਗੇ। ਤੇ ਇਹਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ, ਅੱਜ ਜਿਹੜਾ ਪਹਿਲਾ ਆਪਣਾ ਵਿਸ਼ਾ ਰਹੂਗਾ ਸੰਵਿਧਾਨ ਦਾ ਇਤਿਹਾਸ। ਸੰਵਿਧਾਨ ਦਾ ਇਤਿਹਾਸ। हाँ जी, संविधान के इतिहास के विच आपां गल करते हैं कि ये संविधान के इतिहास की शुरुआत कित्थों हुंदी है। आपां नूं एक छोटी जी तुहानूं मैं स्टोरी दसदा। हाँ जी, आपां गल करते हैं ईस्ट इंडिया कंपनी तो। ईस्ट इंडिया कंपनी की स्थापना कदों हुई सी? सन 1600 विच। ये कंपनी आपां सारे जानते हैं कि ये कंपनी भारत दे विच व्यापार के मनसूबियां दे नाल आई सीगी ते बाद च भारत ते इहने की करना शुरू करता सीगा, राज करना शुरू कर दिता सीगा। लगभग जे मैं गल करां भी 1600 तो लैके 1947 तक ये भारत दे विच रहे। 1858 तक जे आपां गल करिए भी 1857 की जो क्रांति हुई सीगी, 1857 तक कंपनी का डायरैक्ट शासन रहा सीगा। ते 1858 तो बाद कंपनी का शासन खत्म होके ब्रिटिश संसद के अधीन चला गया सी। ते आपां अपने लिए संविधान पढ़न तो पहला यह समझना जरूरी हो जाता कि ये एक्ट कित्थों बनने शुरू हुए, जो एक्ट आ इन्हां एक्टां नूं क्यों बनाया गया, किस वास्ते बनाया गया। ते आपां सब तो पहला गल करते हैं ईस्ट इंडिया कंपनी तो शुरुआत करते हैं कि जिसकी स्थापना कदों हुई सी? 1600 विच हुई सीगी। ये इंग्लैंड की महारानी सीगी, इंग्लैंड की महारानी जिहदा नाम सीगा एलिजाबैथ प्रथम। इंग्लैंड की महारानी, इंग्लैंड की महारानी एलिजाबैथ प्रथम। एलिजाबैथ प्रथम मतलब फर्स्ट। ठीक है जी। इन्हां कोल लगभग 100 व्यापारियों का एक संघ गया सीगा, जिन्हां नूं 15 साल दे लई व्यापार करन दा की दिता सीगा? लाइसेंस दिता सीगा। किन्ने सालां दे लई इन्हां ने मंजूरी दिती सीगी? 15 साल दा व्यापार करन लई
ਲਾਇਸੈਂਸ ਦਿੱਤਾ। ਮਤਲਬ ਇਹਨਾਂ ਨੂੰ ਅਧਿਕਾਰ ਦਿੱਤਾ ਸੀਗਾ ਕਿੰਨੇ ਸਾਲਾਂ ਦੇ ਵਪਾਰ ਦੇ ਲਈ? ਤਾਂ 15 ਸਾਲ ਦੇ ਲਈ। ਇਹ ਮੈਂ 15 ਸਾਲ ਕਿਉਂ ਲਿਖਿਆ ਤੁਹਾਨੂੰ ਜ਼ਿਆਦਾ ਡੀਪ ਦੇ ਵਿੱਚ ਨਹੀਂ ਲੈ ਕੇ ਜਾਊਂਗਾ, ਮੈਂ ਵਾਰ-ਵਾਰ ਦੱਸ ਰਿਹਾ ਵੀ ਪਿਛਲੇ ਸਾਲਾਂ ਦੇ ਐਗਜ਼ਾਮ ਦੇਖੇ ਜਾਣ ਪੀਐਸ ਟੈਟ ਦੇ ਵਿੱਚ, ਜਿਹਦੇ ਵਿੱਚ ਜੋ ਵੀ ਆਪਾਂ ਗੱਲ ਕਰਾਂਗੇ ਨਾ ਅਕੋਰਡਿੰਗ ਟੂ ਐਨਸੀਈਆਰਟੀ ਕਰਾਂਗੇ। ਜਿੰਨਾ ਚਿਰ ਵੀ ਆਪਣਾ ਸੈਸ਼ਨ ਰਹੂਗਾ, ਜੋ ਵੀ ਆਪਣਾ ਸਿਲੇਬਸ ਆ ਉਹ ਸਾਰਾ ਦਾ ਸਾਰਾ ਆਪਾਂ ਐਨਸੀਈਆਰਟੀ ਚੋਂ ਪੜਾਂਗੇ। ਇੱਕ ਇੱਕ ਲਾਈਨ ਆਪਾਂ ਐਨਸੀਈਆਰਟੀ ਦੇ ਅਕੋਰਡਿੰਗ ਕਰਾਂਗੇ, ਐਨਸੀਈਆਰਟੀ ਤੋਂ ਬਾਹਰ ਆਪਾਂ ਕੁਝ ਨਹੀਂ ਕਰਾਂਗੇ। ਠੀਕ ਹੈ ਜੀ। ਹੁਣ ਦੇਖੋ ਇਹਨਾਂ ਨੂੰ 15 ਸਾਲ ਦੇ ਵਪਾਰ ਦੀ ਕੀ ਮਿਲ ਗਈ? ਮਨਜ਼ੂਰੀ ਮਿਲ ਗਈ ਸੀ। ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਕਿ ਇਹਨਾਂ ਨੇ ਆਪਣੇ ਅਕਬਰ ਤੋਂ ਬਾਅਦ ਜਹਾਂਗੀਰ ਦਾ ਕੀ ਸੀਗਾ? ਸ਼ਾਸਨ ਕਾਲ ਸੀਗਾ। ਇਹ ਜਹਾਂਗੀਰ ਦਾ ਸਮਾਂ ਸੀਗਾ 1606 ਤੋਂ ਲੈ ਕੇ 1627 ਤੱਕ। ਜਹਾਂਗੀਰ ਦੇ ਸਮੇਂ ਵਿੱਚ ਵਿਲੀਅਮ ਹੌਕਿੰਸ ਆਇਆ ਸੀਗਾ ਕੰਪਨੀ ਵੱਲੋਂ ਵਪਾਰ ਦੀ ਮਨਜ਼ੂਰੀ ਲੈਣ ਵਾਸਤੇ। 400 ਬਿੱਗਾ ਜ਼ਮੀਨ, ਕਿੰਨੀ ਜ਼ਮੀਨ? 400 ਬਿੱਗਾ ਜ਼ਮੀਨ ਕੰਪਨੀ ਸਥਾਪਿਤ ਕਰਨ ਦੇ ਲਈ ਦਿੱਤੀ ਸੀਗੀ ਅੰਗਰੇਜ਼ਾਂ ਨੂੰ। ਕਿਨੇ? ਜਹਾਂਗੀਰ ਨੇ। 400 ਬਿੱਗਾ ਜ਼ਮੀਨ ਕਿੱਥੇ? ਫੈਕਟਰੀ ਸਥਾਪਿਤ ਕਰਨ ਦੇ ਲਈ। ਤਾਂ ਸੂਰਤ ਦੇ ਵਿੱਚ ਫੈਕਟਰੀ ਸਥਾਪਿਤ ਕਰਨ ਦੇ ਲਈ ਦਿੱਤੀ ਸੀ। ਠੀਕ ਹੈ ਜੀ। ਇਹ ਕੋਈ ਪਹਿਲੀ ਕੰਪਨੀ ਨਹੀਂ ਸੀਗੀ ਜੋ ਭਾਰਤ ਦੇ ਵਿੱਚ ਆਈ ਸੀਗੀ, ਇਦੋਂ ਪਹਿਲਾਂ ਵੀ ਕੰਪਨੀਆਂ ਆਈਆਂ ਸੀਗੀਆਂ। ਕਿਉਂਕਿ ਇਹ ਥੋੜਾ ਜਿਹਾ ਹਿਸਟਰੀ ਦਾ ਪਾਰਟ ਹੈ ਤੇ ਆਪਾਂ ਹਿਸਟਰੀ 'ਚ ਹੀ ਗੱਲ ਕਰਾਂਗੇ ਇਹਨਾਂ ਦੀ। ਤੇ ਹੁਣ ਆਪਾਂ ਸੰਵਿਧਾਨ ਦੇ ਬਾਰੇ ਪੜ੍ਹ ਰਹੇ ਹਾਂ। ਤੁਹਾਨੂੰ ਮੈਂ ਐਨ ਉੱਥੇ ਲਿਜਾ ਰਿਹਾ ਜਿੱਥੋਂ ਆਪਾਂ ਸੰਵਿਧਾਨ ਕਰਨਾ ਮਤਲਬ ਪੜ੍ਹਨਾ ਸ਼ੁਰੂ ਕਰਾਂਗੇ। ਠੀਕ ਹੈ ਜੀ। ਹੁਣ ਦੇਖੋ ਤੁਹਾਨੂੰ ਥੋੜਾ ਜਿਹਾ ਮੋਟੇ ਤੌਰ ਤੇ ਮੈਂ ਦੱਸਦਾ ਵੀ ਕਿਹੜੀਆਂ ਕੰਪਨੀਆਂ ਇਦੋਂ ਪਹਿਲਾਂ ਆਈਆਂ ਸੀਗੀਆਂ ਤੇ ਇਹ ਕਿੰਨਵੇਂ ਨੰਬਰ ਦੀ ਕੰਪਨੀ ਸੀਗੀ। ਠੀਕ ਹੈ ਜੀ। ਹੁਣ ਧਿਆਨ ਦਿਓ, ਪਹਿਲੇ ਨੰਬਰ ਤੇ ਆਏ ਸੀਗੇ ਪੁਰਤਗਾਲੀ। ਠੀਕ ਹੈ ਜੀ। ਇਹ ਆਏ ਸੀਗੇ 1498 ਵਿੱਚ। ਜਿਹੜਾ ਵਿਅਕਤੀ ਆਇਆ ਸੀ ਪੁਰਤਗਾਲੀਆਂ ਦਾ, ਉਹ ਕੌਣ ਆਇਆ ਸੀਗਾ? ਵਾਸਕੋ ਡੀ ਗਾਮਾ, ਜਿਹਦੇ ਬਾਰੇ ਕਿਹਾ ਜਾਂਦਾ, ਬਹੁਤ ਵਾਰ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਕਿ ਭਾਰਤ ਦੀ ਖੋਜ ਕਿਹਨੇ ਕੀਤੀ? ਵਾਸਕੋ ਡੀ ਗਾਮਾ ਨੇ। ਕਦੋਂ ਕੀਤੀ? 1498 ਚ ਕੀਤੀ। ਇਹ ਸਮੁੰਦਰੀ ਰਸਤੇ ਰਾਹੀਂ ਖੋਜ ਕੀਤੀ ਸੀ। ਠੀਕ ਹੈ ਜੀ। ਜਿਵੇਂ ਕੋਲੰਬਸ ਨੇ ਕਿੱਥੋਂ ਦੀ ਕੀਤੀ ਸੀਗੀ? ਅਮਰੀਕਾ ਦੀ ਕੀਤੀ ਸੀਗੀ। ਇਹ ਜਮੋਰਿਨ ਦੇ ਦਰਬਾਰ 'ਚ ਆਇਆ ਸੀ, ਜੋ ਭਾਰਤ ਦਾ ਉਸ ਟਾਈਮ ਸ਼ਾਸਕ ਹੋਇਆ ਕਰਦਾ ਸੀਗਾ ਪੱਛਮੀ ਭਾਰਤ ਦਾ। ਤੇ ਜਦੋਂ ਇਹ ਜਮੋਰਿਨ ਦੇ ਦਰਬਾਰ 'ਚ ਆਇਆ ਤਾਂ ਭਾਰਤੀਆਂ ਦੀ ਇੱਕ ਕਹਾਵਤ ਆ ਬਹੁਤ ਫੇਮਸ ਆ ਕਿ ਘਰ ਆਇਆ ਮਾਂ ਜਾਇਆ। ਜਦੋਂ ਇਹ ਜਾਣ ਲੱਗਾ ਤੇ ਇਹਦੇ ਨਾਲ ਕੁਝ ਮਸਾਲੇ ਪੈਕ ਕਰਤੇ ਜਾਣ ਲੱਗਿਆ। ਇਹਨੇ ਉਹ ਮਸਾਲੇ ਯੂਰਪ 'ਚ ਜਾ ਕੇ 60 ਗੁਣਾ ਦਾਮ ਤੇ ਵੇਚੇ। ਉੱਥੋਂ ਫਿਰ ਇਹਨਾਂ ਨੂੰ ਲਾਲਚ ਪੈ ਗਿਆ। ਪੁਰਤਗਾਲੀਆਂ ਨੇ ਫਿਰ ਕੀ ਕੀਤਾ? ਵਾਸਕੋ ਡੀ ਗਾਮਾ ਹੀ ਭਾਰਤ ਦੇ ਵਿੱਚ 3 ਵਾਰ ਆਇਆ ਸੀਗਾ। ਤੇ ਇਹਨਾਂ ਨੇ ਜੋ ਆਪਾਂ ਪੜ੍ਹਦੇ ਹਾਂ ਵਾਸਕੋ ਡੀ ਗਾਮਾ, ਉਹ ਪੁਰਤਗਾਲੀਆਂ ਨੇ ਗੋਆ ਤੇ ਅਧਿਕਾਰ ਕੀਤਾ। ਕੋਚੀਨ 'ਚ ਆਪਣਾ ਇਹਨਾਂ ਨੇ ਕਾਰਖਾਨਾ ਸਥਾਪਿਤ ਕੀਤਾ। ਤੇ ਉਸ ਤੋਂ ਬਾਅਦ ਪੁਰਤਗਾਲੀਆਂ ਦੀ 1556 ਵਿੱਚ ਜੋ ਆਪਾਂ ਨੂੰ ਪ੍ਰਿੰਟਿੰਗ ਪ੍ਰੈਸ ਦੇਣਾ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਇਹ ਹਿਸਟਰੀ ਦਾ ਪਾਰਟ ਆ ਥੋੜਾ ਜਿਹਾ। ਠੀਕ ਹੈ ਜੀ। ਸਭ ਤੋਂ ਪਹਿਲਾਂ ਕੌਣ ਆਏ? ਪੁਰਤਗਾਲੀ ਆਏ। ਫਿਰ ਆਏ ਜੀ ਡੱਚ। ਠੀਕ ਹੈ ਜੀ। ਫਿਰ ਆਏ ਈਸਟ ਮਤਲਬ ਅੰਗਰੇਜ਼। ਕੌਣ? ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕਰ ਰਹੇ, ਇੱਥੇ ਮੈਂ ਸਟਾਰ ਪਾ ਦਾਂ, ਆਪਾਂ ਇਹਨਾਂ ਦੇ ਬਾਰੇ ਪੜਾਂਗੇ। ਠੀਕ ਹੈ ਜੀ। ਡੱਚ। ਉਸ ਤੋਂ ਬਾਅਦ ਆਏ ਡੈਨਿਸ਼। ਫਿਰ ਕੌਣ ਆਏ? ਫਰਾਂਸੀਸੀ। ਆ ਕੀ ਬਣ ਗਿਆ? PDEDF, ਜਿਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਨਾ ਵੀ ਸਰ ਸਾਨੂੰ ਲਾਸਟ ਤੇ PDF ਸੈਂਡ ਕਰ ਦਿਓ ਇਹਦੀ। ਠੀਕ ਹੈ ਜੀ। ਇਹ ਕੀ ਬਣ ਗਿਆ? ਇਹ ਇਹਨਾਂ ਦਾ ਤੁਸੀਂ ਇਸੇ ਤਰ੍ਹਾਂ ਸੀਕੁਐਂਸ ਯਾਦ ਰੱਖਿਆ ਜੇ। ਇਹ ਪੁਰਤਗਾਲੀਆਂ ਦੇ ਬਾਰੇ ਥੋੜਾ ਜਿਹਾ ਮੈਂ ਹੋਰ ਦੱਸਦਾ। ਸਭ ਤੋਂ ਪਹਿਲਾਂ ਆਏ ਸੀਗੇ 1498 ਚ। ਸਭ ਤੋਂ ਲਾਸਟ ਤੇ ਗਏ ਸੀਗੇ ਅੰਗਰੇਜ਼ਾਂ ਤੋਂ ਵੀ ਬਾਅਦ 1961 ਚ। ਠੀਕ ਹੈ। ਇਹਨਾਂ ਲਈ ਆਪਰੇਸ਼ਨ ਵਿਜੇ ਚਲਾਇਆ ਸੀਗਾ ਤੇ ਇਹਨਾਂ ਨੇ ਜਿਹੜਾ ਆਪਣੇ
ਗੋਆ ਤੇ ਅਧਿਕਾਰ ਕੀਤਾ ਸੀ 1510 ਵਿੱਚ। ਉਸ ਤੋਂ ਬਾਅਦ ਇਹ ਕਿਹੜੇ ਹੋ ਗਏ, ਡੱਚ ਹੋ ਗਏ, ਇਹ ਈਸਟ ਹੋ ਗਏ, ਇਹ ਕਿਹੜੇ ਡੈਨਿਸ਼ ਤੇ ਇਹ ਫਰਾਂਸੀਸੀ ਹੋ ਗਏ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਸੂਰਤ ਦੇ ਵਿੱਚ ਇਹਨਾਂ ਦਾ ਕਾਰਖਾਨਾ 400 ਵਿਗਾ ਕਿਹਨੇ ਜ਼ਮੀਨ ਦਿੱਤੀ ਸੀ, ਜਹਾਂਗੀਰ ਨੇ ਦਿੱਤੀ ਸੀ, ਕਿਉਂਕਿ ਕਈ ਵਾਰ ਕੁਐਸਚਨ ਇਹ ਪੁੱਛਿਆ ਜਾ ਚੁੱਕਿਆ। ਹੁਣ ਆ 15 ਸਾਲ ਵਾਲੇ ਵਪਾਰ ਦੀ ਮਨਜ਼ੂਰੀ ਯਾਦ ਰੱਖਿਆ ਜੇ ਵੀ ਪਹਿਲਾਂ ਜਿਹੜਾ ਲਾਇਸੈਂਸ ਮਿਲਿਆ ਸੀ ਕਿੰਨੇ ਸਾਲ ਦੇ ਲਈ ਮਿਲਿਆ ਸੀਗਾ, ਤਾਂ ਇਹ 15 ਸਾਲਾਂ ਦੇ ਲਈ ਮਿਲਿਆ ਸੀਗਾ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਵੀ 1773 ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਆ 1757 ਤੇ 1764 ਤੇ 1765 ਇਹ ਤਿੰਨ ਡੇਟ ਆਪਾਂ ਜ਼ਰੂਰ ਯਾਦ ਰੱਖਣੀ। ਤੇ ਇੱਕ ਇਸ ਤੋਂ ਪਹਿਲਾਂ ਸਨ 1700, ਇਹ ਆਪਣੇ ਲਈ ਯਾਦ ਰੱਖਣਾ ਬਹੁਤ ਜ਼ਰੂਰੀ ਹੋ। 1700 ਦੇ ਵਿੱਚ ਕੀ ਸੀਗਾ, ਫੋਰਟ ਵਿਲੀਅਮ ਕਲਕੱਤਾ ਨਗਰ ਦੀ ਸਥਾਪਨਾ। 3 ਪਿੰਡਾਂ ਤੋਂ ਕਿਹੜੇ ਸ਼ਹਿਰ ਦੀ ਸਥਾਪਨਾ ਹੋਈ ਸੀ, ਤਾਂ ਕਲਕੱਤਾ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ। ਠੀਕ ਹੈ, ਯੋਗਚਾਰ ਰੌਕ ਨੇ। ਹੁਣ 1757 ਇਹ ਕੀ ਸੀਗਾ, ਅੰਗਰੇਜ਼ਾਂ ਦਾ ਪਹਿਲਾ ਯੁੱਧ। ਕਿਹੜਾ, ਪਲਾਸੀ ਦੀ ਲੜਾਈ। ਕਿਹੜੀ ਲੜਾਈ, ਪਲਾਸੀ ਦੀ ਲੜਾਈ। ਇਹ ਪਲਾਸੀ ਦੀ ਲੜਾਈ ਜੋ ਆਪਣੇ ਬੰਗਾਲ ਦੇ ਨਵਾਬ ਸੀਗੇ ਸਿਰਾਜੂਦੌਲਾ ਤੇ ਉਹਨਾਂ ਦਾ ਸੈਨਾਪਤੀ ਸੀ ਮੀਰ ਜਾਫਰ, ਉਹਨੂੰ ਕੀ ਸੀ ਆਪਦੇ ਨਾਲ ਮਿਲਾ ਲਿਆ ਗਿਆ ਸੀਗਾ। ਤੇ ਇਹਦੇ ਵਿੱਚ ਅੰਗਰੇਜ਼ਾਂ ਦੀ ਇਸ 1757 ਵਾਲੇ ਯੁੱਧ ਦੇ ਵਿੱਚ ਪਲਾਸੀ ਦੀ ਲੜਾਈ ਵਿੱਚ ਕੀ ਹੋਈ ਸੀਗੀ, ਜਿੱਤ ਹੋਈ ਸੀ। ਉਸ ਤੋਂ ਬਾਅਦ 1764 ਬਕਸਰ ਦੀ ਲੜਾਈ। ਬਕਸਰ ਦੀ ਲੜਾਈ, ਇਸ ਬਕਸਰ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਕੀ ਸੀਗਾ, ਇੱਕ ਪਾਸੇ ਮੀਰ ਕਾਸਿਮ, ਅਵਧ ਦਾ ਨਵਾਬ ਸੁਜਾਉਦੌਲਾ, ਠੀਕ ਹੈ, ਤੇ ਮੁਗਲ ਬਾਦਸ਼ਾਹ ਜਿਹੜਾ ਸੀਗਾ ਆਪਣਾ ਆਲਮਗੀਰ, ਇਹਨਾਂ ਨੂੰ ਕੀ ਕੀਤਾ ਸੀਗਾ, ਤਿੰਨਾਂ ਨੂੰ ਪਰਾਜਿਤ ਕੀਤਾ ਤੇ ਬਕਸਰ ਦੇ ਯੁੱਧ ਵਿੱਚ ਕੀ ਸੀ, ਅੰਗਰੇਜ਼ਾਂ ਦੀ ਜਿੱਤ ਹੋਈ ਸੀ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ 1765। 1765 ਦੇ ਵਿੱਚ ਇਹਨਾਂ ਨੂੰ ਬੰਗਾਲ ਦਾ ਦੀਵਾਨ ਘੋਸ਼ਿਤ ਕਰਤਾ ਸੀ ਅੰਗਰੇਜ਼ਾਂ ਨੂੰ, ਜਿੱਥੇ ਹੁਣ ਇਹਨਾਂ ਨੇ ਇੰਗਲੈਂਡ ਤੋਂ ਭਾਰਤ ਦੇ ਵਿੱਚ ਵਪਾਰ ਕਰਨ ਲਈ ਸੋਨੇ ਅਤੇ ਚਾਂਦੀ ਦੇ ਸਿੱਕੇ ਲਿਆਉਂਦੇ ਸੀਗੇ। ਹੁਣ ਉਹਨਾਂ ਦੀ ਜ਼ਰੂਰਤ ਨਹੀਂ, ਕਿਉਂਕਿ ਬੰਗਾਲ ਤੇ ਲਗਭਗ ਇਹਨਾਂ ਦਾ ਅੰਗਰੇਜ਼ਾਂ ਦਾ ਅਧਿਕਾਰ ਹੋ ਚੁੱਕਿਆ ਸੀਗਾ। ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਅੱਗੇ ਪੜਾਂਗੇ 1773 ਤੇ ਇਹਨਾਂ ਨੇ ਜਦੋਂ ਪਲਾਸੀ ਦਾ ਯੁੱਧ ਜਿੱਤਿਆ ਨਾ, ਤੇ ਜਿਵੇਂ ਆਪਣੇ ਤਾਂ ਕੀ ਬਣਾਉਂਦੇ ਸੀਗੇ, ਬੰਗਾਲ ਦਾ ਨਵਾਬ ਹੋ ਗਿਆ, ਅਵਧ ਦਾ ਨਵਾਬ ਹੋ ਗਿਆ, ਰੌਬਰਟ ਕਲਾਈਵ ਨਾਮ ਦਾ ਬੰਦਾ ਸੀਗਾ। ਕੌਣ ਸੀਗਾ, ਰੌਬਰਟ ਕਲਾਈਵ। ਇਹ ਮੈਂ ਤੁਹਾਨੂੰ ਦੱਸਦਾ, ਇਹ ਸਿਰਫ ਤੁਹਾਨੂੰ NCERT ਚ ਲਿਖਿਆ ਮਿਲੂਗਾ 7 ਕਲਾਸ ਚੈਪਟਰ ਨੰਬਰ 3, ਜਿਹਦੇ ਵਿੱਚ ਕਿਹਾ ਜਾਂਦਾ ਵੀ ਇਹ 1741 ਦੇ ਵਿੱਚ ਭਾਰਤ ਆਇਆ ਸੀਗਾ। 21 ਸਾਲ ਦੀ ਉਮਰ 'ਚ ਆਇਆ ਸੀਗਾ। ਇਹ ਬੰਦਾ 1757 ਤੋਂ ਲੈ ਕੇ 1760 ਤੇ ਉਸ ਤੋਂ ਬਾਅਦ 1765 ਤੱਕ ਇਹ ਭਾਰਤ ਦਾ ਨਹੀਂ, ਬੰਗਾਲ ਦਾ ਕੀ ਬਣਿਆ ਸੀਗਾ, ਪਹਿਲਾ ਗਵਰਨਰ ਬਣਿਆ ਸੀਗਾ। ਇਹ ਨਾਮ ਯਾਦ ਰੱਖਿਓ ਵੀ ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀ, ਲਾਰਡ ਰੌਬਰਟ ਕਲਾਈਵ ਸੀਗਾ। ਇਹ ਤੁਸੀਂ ਜ਼ਰੂਰ ਯਾਦ ਰੱਖਣਾ, ਇਹ ਬੜਾ ਕਨਫਿਊਜ਼ ਕਰਦਾ ਵੀ ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀਗਾ, ਰੌਬਰਟ ਕਲਾਈਵ। ਇਹ 67 ਦੇ ਵਿੱਚ ਗਿਆ, ਇੱਥੋਂ 67 ਦੇ ਵਿੱਚ ਗਿਆ ਤਾਂ ਇਹਦੇ ਤੇ ਲੰਡਨ ਦੀ ਪ੍ਰੀਵੀ ਕਾਉਂਸਲ ਦੇ ਵਿੱਚ ਕੀ ਚਲਾਇਆ ਗਿਆ ਸੀਗਾ, ਮੁਕੱਦਮਾ ਚਲਾਇਆ ਗਿਆ ਸੀਗਾ, ਜਿਹਦੇ ਤੇ ਆਪਣੇ ਰੌਬਰਟ ਕਲਾਈਵ ਤੇ, ਇਹਦੇ ਤੇ ਮੁਕੱਦਮਾ ਵੀ ਚਲਾਇਆ ਗਿਆ ਸੀ ਰੌਬਰਟ ਕਲਾਈਵ ਤੇ। ਹੁਣ ਗੱਲ ਕਰਦੇ ਆ ਆਪਾਂ 1773 ਦੀ। ਹੁਣ 1773 ਤੋਂ ਬਾਅਦ ਜਿਹੜਾ ਲਾਇਸੈਂਸ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ 15 ਸਾਲ ਦਾ ਹੈ, ਇੱਥੇ ਇੱਕ ਐਕਟ ਬਣਾਇਆ ਸੀਗਾ। ਇਸ ਐਕਟ ਨੂੰ ਬੋਲਿਆ ਜਾਂਦਾ ਹੈ ਰੈਗੂਲੇਟਿੰਗ ਐਕਟ। ਰੈਗੂਲੇਟਿੰਗ ਐਕਟ। ਇਸ ਐਕਟ ਦੇ ਵਿੱਚ ਕੀ ਕੀਤਾ ਸੀਗਾ ਕਿ ਜਿਹੜੇ 15 ਸਾਲ ਦੀ ਮਨਜ਼ੂਰੀ ਸੀ ਨਾ, ਉਹ ਇਸ ਚਾਰਟ ਐਕਟ ਦੇ ਰਾਹੀਂ ਉਹ ਕੀ ਕਰਤੀ 20 ਸਾਲ ਬਾਅਦ। ਹੁਣ ਜਿਹੜਾ ਵੀ ਐਕਟ ਆਊਗਾ ਉਹ 20 ਸਾਲਾਂ ਬਾਅਦ ਆਊਗਾ।
ਹੁਣ ਦੇਖੋ 1773 ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਇਹ ਭਾਰਤ ਦੇ ਸੰਵਿਧਾਨ ਦੇ ਵਿਕਾਸ ਦੀ ਪ੍ਰਕਿਰਿਆ ਦਾ ਪਹਿਲਾ ਚਰਨ ਬੋਲਿਆ ਜਾਂਦਾ। ਜੇ ਤੁਹਾਨੂੰ ਪੁੱਛਿਆ ਜਾਵੇ ਵੀ ਭਾਰਤ ਦੇ ਸੰਵਿਧਾਨ ਦੀ ਸ਼ੁਰੂਆਤ ਕਿੱਥੋਂ ਹੈ, ਲਗਭਗ ਇਹ ਪਹਿਲਾ ਐਕਟ ਬਣਾਤਾ। ਆਪਣੇ ਕਿੱਥੇ ਅਕਬਰ ਹੋਰੀ ਜਾਣਦੇ ਸੀਗੇ ਵੀ ਐਕਟ ਬਣਾਤਾ, ਜੇ ਕੋਈ ਰਾਜਪਤਾਨੇ ਦੀ ਹੱਦ ਤੇ ਚਲਾ ਗਿਆ ਤਾਂ ਉਹਦੇ ਤੇ ਧਾਰਾ ਇਹ ਲੱਗ ਜੂਗੀ, ਉਹਦੇ ਤੇ ਧਾਰਾ ਇਹ ਲੱਗ ਜੂਗੀ ਵੀ 2 ਸਾਲ ਤੱਕ ਹੀ ਅਸੀਂ ਯੁੱਧ ਕਰਨਾ, ਉਦੋਂ ਵੱਧ ਸਮਾਂ ਕਰ ਨਹੀਂ ਸਕਦੇ। ਇਹ ਪਹਿਲੀ ਵਾਰ ਕੀ ਬਣ ਗਿਆ, ਕਾਨੂੰਨ ਬਣ ਗਿਆ। ਠੀਕ ਹੈ ਜੀ, ਇਹ ਪਹਿਲੀ ਵਾਰ ਕਾਨੂੰਨ ਬਣਿਆ ਕਿਹੜਾ, ਰੈਗੂਲੇਟਿੰਗ ਐਕਟ। ਇਹਦੇ ਨਾਲ ਇੱਕ ਤਾਂ ਕੰਪਨੀ ਨੂੰ ਕਿੰਨੇ ਸਾਲਾਂ ਦੇ ਵਪਾਰ ਦੀ ਮਨਜ਼ੂਰੀ ਮਿਲ ਗਈ, 20 ਸਾਲਾਂ ਬਾਅਦ। ਹੁਣ ਇਹ ਐਕਟ ਕਦੋਂ ਕਦੋਂ ਆਉਣਗੇ, ਇਹ 20 ਸਾਲ ਕਦੋਂ ਬਣਗੇ, 1793 1793 ਤੋਂ ਬਾਅਦ 1813 1833 ਤੇ 1853। ਇਹਨੂੰ ਨਾ ਬਹੁਤ ਬੱਚਿਆਂ ਨੂੰ ਇਹ ਲਿਖਵਾਇਆ ਜਾਂਦਾ ਜਾਂ ਕਿਤਾਬ 'ਚ ਲਿਖਿਆ ਹੁੰਦਾ ਕਿ ਇਹ ਅੰਤਿਮ ਸੀ। ਅੰਤਿਮ ਤੋਂ ਬਾਅਦ ਇੱਥੇ ਕੁਝ ਨਹੀਂ ਲਿਖਿਆ ਸੀ, ਮਤਲਬ ਵੀ ਅੱਗੇ ਕੰਪਨੀ ਨੂੰ ਕੋਈ ਮਨਜ਼ੂਰੀ ਵਪਾਰ ਦੇ ਲਈ ਨਹੀਂ ਮਿਲੀ ਸੀ। ਠੀਕ ਹੈ ਜੀ, ਇਹਨੂੰ ਕੀ ਬੋਲਿਆ ਜਾਂਦਾ, ਇਹਨਾਂ ਨੂੰ ਚਾਰਟਰ ਐਕਟ ਵੀ ਬੋਲਿਆ ਜਾਂਦਾ। ਰੈਗੂਲੇਟਿੰਗ ਦਾ ਮਤਲਬ ਸਮਝੋ, ਇਹਦਾ ਅਰਥ ਸਮਝੋ ਕੀ ਹੈ ਕਿ ਕਿਸੇ ਚੀਜ਼ ਨੂੰ ਰੈਗੂਲੇਟ ਕਰਨਾ, ਰੈਗੂਲੇਟ ਨਿਯਮਿਤ ਕਰਨਾ, ਪੱਕਾ ਕਰਨਾ ਵੀ 20 ਸਾਲਾਂ ਦੇ ਲਈ ਇੱਕ ਨਿਯਮਿਤ ਤੌਰ ਤੇ ਵਪਾਰ ਪਰਮਾਨੈਂਟ ਨਿਯਮਿਤ ਹੋ ਗਿਆ। ਠੀਕ ਹੈ, ਹੁਣ ਇਹਨੂੰ ਆਪਾਂ ਚਾਰਟਰ ਐਕਟ ਵੀ ਬੋਲਦੇ ਆ। ਚਾਰਟਰ ਐਕਟ ਕਿਉਂ ਬੋਲਦੇ ਆ, ਇਹਦਾ ਮਤਲਬ ਹੁੰਦਾ ਅਧਿਕਾਰ ਪੱਤਰ, ਕਿ ਤੁਹਾਨੂੰ ਅਧਿਕਾਰ ਦਿੱਤਾ, ਕੀ ਦਿੱਤਾ, ਅਧਿਕਾਰ ਦਿੱਤਾ। ਇਹਦਾ ਮਤਲਬ ਕੀ ਹੁੰਦਾ ਹੈ, ਚਾਰਟਰ ਐਕਟ। ਠੀਕ ਹੈ ਜੀ, ਹੁਣ ਇਹ ਆਪਾਂ ਗੱਲ ਕੀਤੀ ਹੈ 1793 1813 73 ਦਾ ਪਹਿਲਾ ਚਾਰਟਰ ਐਕਟ, ਉਸ ਤੋਂ ਬਾਅਦ 1793 ਦਾ, ਤੀਜਾ 1813 ਦਾ, ਚੌਥਾ 1833 ਦਾ ਤੇ ਪੰਜਵਾਂ 1853 ਦਾ। ਇਹ ਆਪਾਂ ਯਾਦ ਰੱਖਣੇ ਆ ਵੀ ਲਾਸਟ ਕਿਹੜਾ ਸੀਗਾ, 1853 ਵਾਲਾ। ਪਹਿਲਾ ਕਿਹੜਾ ਸੀ, 1773 ਵਾਲਾ। ਦੇਖੋ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਦੱਸਦਾ ਕਿ ਪਹਿਲੀ ਵਾਰ 1773 ਦੇ ਐਕਟ ਰਾਹੀਂ ਕਲਕੱਤਾ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਦਾ 1773 ਦੇ ਵਿੱਚ ਪ੍ਰਾਵਧਾਨ ਕੀਤਾ ਗਿਆ ਤੇ ਜਿਹਦੀ ਸਥਾਪਨਾ 1774 ਦੇ ਵਿੱਚ ਹੋਈ ਸੀ। ਠੀਕ ਹੈ ਜੀ, ਲਾਰਡ ਇੰਪੇ ਇਹਦੇ ਪਹਿਲੇ ਜੱਜ ਸੀ ਤੇ 3 ਇਹਦੇ ਸਹਾਇਕ ਜੱਜ ਸਨ। ਇਹ 1773 ਦਾ ਜੋ ਰੈਗੂਲੇਟਿੰਗ ਐਕਟ ਆਇਆ ਸੀਗਾ, ਇੱਥੋਂ ਭਾਰਤ ਦੇ ਸੰਵਿਧਾਨ ਦੇ ਵਿਕਾਸ ਦੀ ਪ੍ਰਕਿਰਿਆ ਦਾ ਪਹਿਲਾ ਚਰਨ ਮੰਨਿਆ ਜਾਂਦਾ ਹੈ। ਤੇ ਇਸ ਤੋਂ ਬਾਅਦ 1793 ਦੇ ਵਿੱਚ ਆਇਆ, ਜਦੋਂ ਆਪਾਂ ਪੜ੍ਹਦੇ ਹਾਂ ਕਿ ਲਾਰਡ ਕਾਰਨਵਾਲਿਸ ਨੇ ਬੰਗਾਲ ਦੇ ਵਿੱਚ ਦੋਹਰੀ ਸਥਾਈ ਬੰਦੋਬਸਤ ਦੀ ਸਥਾਪਨਾ ਕੀਤੀ ਸੀਗੀ। ਲਾਰਡ ਵੈਲਜੀ ਦੇ ਸਮੇਂ ਜੋ ਆਪਣੇ ਸਹਾਇਕ ਸੰਧੀ 1798 ਹੋਈ ਸੀਗੀ। ਉਸ ਤੋਂ ਬਾਅਦ 1828-29 ਜਦੋਂ ਆਪਾਂ ਪੜ੍ਹਦੇ ਹਾਂ ਬ੍ਰਹਮਾ ਸਮਾਜ ਤੇ ਸਤੀ ਪ੍ਰਥਾ ਦੇ ਬਾਰੇ, ਤੇ ਉਸ ਤੋਂ ਬਾਅਦ ਮਕਾਲੇ, ਲਾਰਡ ਮਕਾਲੇ ਭਾਰਤ ਦੇ ਵਿੱਚ ਜੋ ਬੰਦਾ ਅੰਗਰੇਜ਼ੀ ਭਾਸ਼ਾ ਲੈ ਕੇ ਆਇਆ ਸੀਗਾ, ਉਹ 1833। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦਾਸ ਪ੍ਰਥਾ ਦਾ ਅੰਤ 1844 ਤੇ 1848 ਕੌਣ ਭੁੱਲ ਸਕਦਾ, ਲਾਰਡ ਡਲਹੌਜੀ ਦੀ ਲੈਪਸ ਨੀਤੀ। ਇਹ ਮੈਂ ਤੁਹਾਨੂੰ ਇਤਿਹਾਸ ਦੇ ਵਿੱਚ ਇੱਕ ਇੱਕ ਗਵਰਨਰ ਜਨਰਲ ਦੇ ਬਾਰੇ ਪੂਰਾ ਡਿਟੇਲ ਦੇ ਵਿੱਚ ਦੱਸੂਗਾ। ਆਪਾਂ 1773 ਦੇ ਬਾਰੇ 2 ਗੱਲਾਂ ਯਾਦ ਰੱਖਣੀਆਂ ਕਿ 1773 ਦੇ ਐਕਟ ਰਾਹੀਂ ਇੱਕ ਤਾਂ ਜਿਹੜੇ 15 ਸਾਲ ਤੋਂ 20 ਸਾਲ ਹੋ ਗਿਆ ਕੰਪਨੀ ਦਾ ਅਧਿਕਾਰ। ਹੁਣ ਸਿੱਧਾ ਡਾਇਰੈਕਟ ਆਪਾਂ ਯਾਦ ਰੱਖਣਾ ਵੀ ਧਾਰਾ 73 ਤੋਂ 20 93 13 33 ਤੇ 53 ਬਣ ਗਏ। ਠੀਕ ਹੈ ਜੀ, ਇੱਕ ਕੀ ਸੀਗਾ, ਜੋ ਬੰਗਾਲ ਦਾ ਗਵਰਨਰ ਸੀਗਾ ਨਾ, 1773 ਦੇ ਐਕਟ ਰਾਹੀਂ ਉਹ ਬੰਗਾਲ ਦਾ ਜੋ ਗਵਰਨਰ ਸੀਗਾ ਉਹ ਕੀ ਬਣ ਗਿਆ ਸੀਗਾ। ਹਾਂਜੀ, ਇੱਕ ਵਾਰ ਆ ਚੀਜ਼ ਤੁਸੀਂ ਨੋਟ ਕਰਿਓ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜਾਂ ਆਪਣੇ ਚੈਨਲ ਨਾਲ ਪਹਿਲਾਂ ਨਾਲ ਜੁੜੇ ਹੋਏ ਨੇ, ਉਹ ਆਪਦਾ ਨਾਮ, ਮੋਬਾਈਲ ਨੰਬਰ, ਐਗਜ਼ਾਮ, ਤੁਸੀਂ ਕਿਹੜੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤੇ ਸਿਟੀ ਲਿਖ ਕੇ ਇਸ ਨੰਬਰ ਤੇ WhatsApp ਕਰ ਦਿਓ, ਤਾਂ ਕਿ ਜੋ ਤੁਹਾਨੂੰ ਜੋ ਵੀ ਕੰਟੈਂਟ ਕਰਵਾਇਆ ਜਾਂਦਾ ਉਹਨਾਂ ਦੀਆਂ ਫ੍ਰੀ PDF ਪ੍ਰੋਵਾਈਡ ਹੋ ਸਕਣ। ਠੀਕ ਹੈ ਜੀ, ਇਹ ਥੋੜਾ ਜਿਹਾ ਤੁਸੀਂ ਨੋਟ ਕਰਿਓ। ਹੁਣ ਆਪਾਂ ਗੱਲ ਕਰਦੇ ਹਾਂ, ਤੇ ਆ ਆਪਣਾ ਚੈਨਲ ਹੈ ਜੀ, ਜਿਹੜਾ ਐਪ ਹੈ ਜੀ, ਜਿਹਨੂੰ ਤੁਸੀਂ ਡਾਊਨਲੋਡ ਕਰ ਲਓ। ਇਹਦੇ ਤੇ ਆਪਣੇ ਪੇਡ ਬੈਚਿਸ ਚੱਲ ਰਹੇ ਨੇ,
ਜਿਵੇਂ ਲਾਇਬ੍ਰੇਰੀਅਨ ਦਾ ਹੋ ਗਿਆ। ਹੁਣ ਆਪਾਂ ਪੀਐਸ ਟੈਟ ਦਾ ਸ਼ੁਰੂ ਕਰਨ ਜਾ ਰਹੇ ਹਾਂ। ਈਟੀਟੀ ਦੇ ਬੈਚ, ਮਾਸਟਰ ਕੈਡਰ ਦੇ ਬੈਚ ਹੈ। ਤਾਂ ਆਹ ਤੁਸੀਂ ਐਪ ਹੈ ਜਿਹੜਾ ਜਿਹਦਾ ਨਾਮ ਹੈ ਸਿੱਖਿਆ FM, ਇਹ ਤੁਸੀਂ ਡਾਊਨਲੋਡ ਕਰ ਲਓ। ਠੀਕ ਹੈ ਜੀ, ਇਹ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣੀ ਸੀਗੀ। ਤੇ ਹੁਣ ਆਪਾਂ ਗੱਲ ਕਰ ਰਹੇ ਸੀ 1773 ਦੇ ਰੈਗੂਲੇਟਿੰਗ ਐਕਟ ਬਾਰੇ। ਇਹਦੇ ਬਾਰੇ ਡੀਅਰ ਆਪਾਂ ਦੋ ਗੱਲਾਂ ਬੜੀਆਂ ਜ਼ਰੂਰੀ ਯਾਦ ਰੱਖਣੀਆਂ ਨੇ ਕਿ ਇੱਕ ਤਾਂ ਜੋ ਗਵਰਨਰ ਸੀ ਨਾ ਉਹ ਕਦੋਂ ਬਣਿਆ ਸੀਗਾ ਬੰਗਾਲ ਦਾ। ਮੈਂ ਕੱਲਾ ਬੰਗਾਲ ਦਾ ਬੋਲਿਆ ਸੀ। 1757 ਦੇ ਵਿੱਚ ਕੌਣ ਬਣਿਆ? ਪਲਾਸੀ ਦਾ ਯੁੱਧ ਹਰਾ ਕੇ ਰਾਬਰਟ ਕਲਾਈ ਬਣਿਆ। ਹੁਣ ਜੋ ਬੰਗਾਲ ਦਾ ਗਵਰਨਰ ਸੀ ਨਾ, ਉਹ ਬੰਗਾਲ ਦਾ ਗਵਰਨਰ ਨਹੀਂ ਰਿਹਾ, ਉਹ ਕੀ ਬਣ ਗਿਆ? ਬੰਗਾਲ ਦਾ ਗਵਰਨਰ ਜਨਰਲ। ਕੌਣ ਬਣ ਗਿਆ? ਗਵਰਨਰ ਜਨਰਲ। ਪਹਿਲਾ ਕੌਣ ਸੀ ਬੰਗਾਲ ਦਾ ਗਵਰਨਰ ਜਨਰਲ? ਤਾਂ ਵਾਰਨ ਹੈਸਟਿੰਗ। ਵਾਰਨ ਹੈਸਟਿੰਗ ਇਹ ਕੀ ਸੀਗਾ? ਬੰਗਾਲ ਦਾ ਗਵਰਨਰ ਜਨਰਲ ਸੀਗਾ। ਇਹਦੇ ਨਾਲ ਹੀ ਦੋ ਪ੍ਰੈਜ਼ੀਡੈਂਸੀਆਂ ਦੀ ਸਥਾਪਨਾ ਕੀਤੀ ਗਈ ਸੀ, ਮੁੰਬਈ ਤੇ ਮਦਰਾਸ। ਕਿਹੜੀ ਕਿਹੜੀ? ਮੁੰਬਈ ਤੇ ਮਦਰਾਸ। ਇਹ ਮੇਰੀ ਗੱਲ ਸੁਣੋ, ਯਾਦ ਰੱਖਣਾ। ਮਦਰਾਸ ਇਹਦਾ ਜੋ ਅੱਜ ਨਾਮ ਨਾਲ ਜਾਣਿਆ ਜਾਂਦਾ ਹੈ, ਇਹਨੂੰ ਚੇਨਈ ਕਿਹਾ ਜਾਂਦਾ ਹੈ। ਚੇਨਈ। ਚੇਨਈ ਕਿਹਦੀ ਰਾਜਧਾਨੀ ਆ? ਕਿਹਦੀ ਰਾਜਧਾਨੀ ਆ ਚੇਨਈ? ਬੋਲੋ ਭਾਈ, ਕਮੈਂਟ ਕਰਕੇ ਦੱਸਿਓ। ਚਲੋ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਮੁੰਬਈ, ਇਹਨੂੰ ਕੀ ਕਿਹਾ ਜਾਂਦਾ ਸੀ? ਬੰਬੇ। ਠੀਕ ਹੈ, ਬੰਬੇ ਤੋਂ ਜਾਂ ਇਹਨੂੰ ਆਪਾਂ ਐ ਵੀ ਕਹਿ ਸਕਦੇ ਸੀ ਬੰਬਈ। ਇਹਦਾ ਬੰਬਈ ਤੋਂ ਮੁੰਬਈ ਨਾਮ ਬਦਲ ਕੇ ਕਦੋਂ ਕੀਤਾ ਗਿਆ? 1995 ਦੇ ਵਿੱਚ ਕੀਤਾ ਗਿਆ। ਇਹ ਤੁਹਾਨੂੰ ਮੈਂ ਥੋੜਾ ਜਿਹਾ ਐਕਸਟਰਾ ਦੱਸਦਾ। ਠੀਕ ਹੈ ਜੀ, ਹੁਣ ਆਪਾਂ ਗੱਲ ਕਰ ਰਹੇ ਸੀਗੇ ਵੀ ਇਹਨਾਂ ਦੇ ਹੁਣ ਜਿਹੜਾ ਮੁੰਬਈ ਤੇ ਮਦਰਾਸ ਸੀਗਾ, ਇਹਨਾਂ ਦੇ ਵਿੱਚ ਗਵਰਨਰ ਦਾ ਪਦ ਸੀਗਾ, ਗਵਰਨਰ ਦੀ ਪੋਸਟ ਸੀ। ਇਹ ਦੋਵੇਂ ਕਿਹਦੇ ਅਧੀਨ ਸੀ? ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ। ਪਹਿਲਾਂ ਦੇਖੋ 1757 ਦੇ ਵਿੱਚ ਕੀ ਬਣਿਆ? ਕੱਲਾ ਜੀ ਬਣਿਆ। ਜੀ ਮਤਲਬ ਗਵਰਨਰ। ਜੀ ਤੋਂ ਬਾਅਦ ਕੀ ਬਣ ਗਿਆ? ਜੀ। ਕੀ ਬਣ ਗਿਆ? ਜੀ ਮਤਲਬ ਗਵਰਨਰ ਜਨਰਲ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਦੇ ਹਾਂ 1773 ਤੋਂ ਬਾਅਦ। ਤੁਹਾਨੂੰ ਇਹ ਮੈਂ ਦੱਸਤਾ ਸੀਕੁਐਂਸ ਯਾਦ ਰੱਖਿਆ ਜੇ। 1793, 1813 ਤੇ 1833 ਤੋਂ ਬਾਅਦ 1853। ਇੱਕ ਸਮਾਂ ਅਜਿਹਾ ਆਇਆ ਕਿ ਆਹ ਦੇਖੋ ਇੱਧਰ 1757 ਤੋਂ ਲੈ ਕੇ 1757 ਤੋਂ ਲੈ ਕੇ 1857 ਤੱਕ 100 ਸਾਲ ਪੂਰੇ ਹੋ ਗਏ। ਕਿੰਨੇ ਸਾਲ ਪੂਰੇ ਹੋ ਗਏ? 100 ਸਾਲ। 100 ਸਾਲ ਪੂਰੇ ਹੋ ਗਏ। ਹੁਣ ਆ ਸਪਰਿੰਗ ਆ, ਫੋਰ ਐਗਜ਼ਾਮਪਲ ਆ ਸਪਰਿੰਗ ਆ, ਆਪਾਂ ਇਹਨੂੰ ਜਿੰਨਾ ਦਬਾਵਾਂਗੇ ਨਾ, ਜਿੰਨਾ ਦਬਾਵਾਂਗੇ ਇਹ ਉਨਾ ਹੀ ਜ਼ਿਆਦਾ ਉਛਲੇਗਾ। ਠੀਕ ਹੈ ਜੀ, ਹੁਣ ਇਹ 100 ਸਾਲਾਂ ਦੇ ਦੌਰਾਨ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਕੀ ਸੀਗਾ ਪੂਰੀ ਤਰ੍ਹਾਂ ਆਪਾਂ ਜਿਵੇਂ ਕਹਿ ਦਈਏ ਵੀ ਭਾਰਤ ਤੇ ਇਹਨਾਂ ਨੇ ਲੁੱਟ ਖੋਹ ਕੀਤੀ ਤੇ ਪੂਰੀ ਤਰ੍ਹਾਂ ਕੁਚਲਿਆ ਸੀਗਾ। ਬਿਨਾਂ ਟੈਕਸਾਂ ਤੋਂ ਵਪਾਰ ਕਰ ਰਹੇ ਸੀਗੇ ਤੇ ਥਾਂ ਥਾਂ ਤੇ ਇਹਨਾਂ ਨੇ ਬਸਤੀਆਂ, ਕਾਰਖਾਨੇ ਸਥਾਪਿਤ ਕੀਤੇ ਸੀਗੇ। ਬਹੁਤ ਸਾਰੇ ਆਪਾਂ ਕਹਿ ਦਈਏ ਕਿ ਅੰਗਰੇਜ਼ਾਂ ਦੀ ਬਹੁਤ ਕਈ ਥਾਵਾਂ ਤੇ ਬਹੁਤ ਚੰਗੀਆਂ ਗੱਲਾਂ ਦੀ ਵੀ ਦੇਣ ਹੈ। ਜਿਵੇਂ 16 ਅਪ੍ਰੈਲ 1853 ਨੂੰ ਇਹਨਾਂ ਨੇ ਕੀ ਸੀ ਭਾਰਤ ਦੇ ਵਿੱਚ ਪਹਿਲੀ ਰੇਲ ਲਾਈਨ ਵੀ ਚਲਾਈ ਸੀ। ਲੇਕਿਨ ਹੁਣ ਇਹਨਾਂ ਦੇ ਵਿੱਚ ਜੋ 1793 ਦਾ ਸਥਾਈ ਬੰਦੋਬਸਤ ਸੀਗਾ, ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਮਹਿਲਵਾੜੀ ਪ੍ਰਬੰਧ ਦੇ ਬਾਰੇ ਪੜ੍ਹਦੇ ਹਾਂ ਤੇ ਰਿਆਇਤਵਾੜੀ ਪ੍ਰਬੰਧ ਦੇ ਬਾਰੇ ਪੜ੍ਹਦੇ ਹਾਂ। 1798 ਦੀ ਆਪਾਂ ਸਹਾਇਕ ਸੰਧੀ ਦੇ ਬਾਰੇ ਪੜ੍ਹਦੇ ਹਾਂ ਕਿ ਜਿਹਨੂੰ ਅਵਧ ਦੇ ਨਿਜ਼ਾਮ ਨੇ ਪਹਿਲੀ ਵਾਰ ਸਵੀਕਾਰ ਕੀਤਾ ਸੀਗਾ। ਉਸ ਤੋਂ ਬਾਅਦ ਅਗਰ ਹਿੰਦੂ ਸਮਾਜ ਦੇ ਪ੍ਰਤੀ ਆਪਾਂ ਦੇਖੀਏ ਤਾਂ ਹਿੰਦੂ ਸਮਾਜ ਦੇ ਪ੍ਰਤੀ ਜੋ ਸਤੀ ਪ੍ਰਥਾ ਸੀਗੀ, ਰਾਜਾ ਰਾਮ ਮੋਹਨ ਰਾਏ ਨੇ ਲਾਰਡ ਵਿਲੀਅਮ ਬੈਂਟਿੰਗ ਦੇ ਸਦਕਾ ਮਿਲ ਕੇ ਬੰਦ ਕੀਤੀ ਸੀਗੀ। ਇਹਨਾਂ ਦੇ ਪ੍ਰਤੀ ਜੋ ਹਿੰਦੂ ਬ੍ਰਾਹਮਣ ਸਮਾਜ ਸੀਗਾ ਉਹਨਾਂ ਦੇ ਵਿੱਚ ਰੋਸ ਸੀਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਕ ਦਾਸ ਪ੍ਰਥਾ ਬਹੁਤ ਟਾਈਮ ਤੋਂ ਚੱਲ ਰਹੀ ਸੀ, ਉਹਦਾ ਅੰਤ ਸੀਗਾ।
ਫਿਰ ਜੋ ਇੱਕ ਲੈਪਸ ਨੀਤੀ ਸਿਧਾਂਤ ਸੀਗਾ ਲਾਰਡ ਡਲਹੌਜੀ ਦਾ 1848 ਦੇ ਵਿੱਚ ਜੋ ਲੈ ਕੇ ਆਂਦਾ ਸੀਗਾ ਵੀ ਜਿਹਦੇ ਖੁਦ ਦਾ ਪੁੱਤਰ ਔਲਾਦ ਨਹੀਂ ਸੀਗੀ ਤਾਂ ਉਹ ਗੋਦ ਨਹੀਂ ਲੈ ਸਕਦਾ ਸੀ, ਜਿਹਨੂੰ ਹਿੰਦੀ ਦੇ ਵਿੱਚ ਗੋਦ ਨਿਸ਼ੇਧ ਨੀਤੀ ਵੀ ਬੋਲਦੇ ਆ, ਜਿਹਦੇ ਵਿੱਚ ਆਪਾਂ ਪੜ੍ਹਦੇ ਆ ਕਿ 1848 ਸਭ ਤੋਂ ਪਹਿਲਾਂ 17 ਇਹਨਾਂ ਦੇ ਕੋਈ 17 ਨਹੀਂ ਜਨਮਿਆ ਤਾਂ ਇਹ ਕੀ ਸੀਗਾ, ਡਲਹੌਜੀ ਨੇ ਆਪਦੇ ਰਾਜ 'ਚ ਮਿਲਾ ਲਿਆ ਸੀ 17 ਤੋਂ ਬਾਅਦ 1850 ਵਿੱਚ ਇਹਨਾਂ ਨੇ 1850 ਵਿੱਚ ਇਹਨਾਂ ਨੇ ਉਦੈਪੁਰ, 1852 ਜੈਤਪੁਰ, 53 ਨਾਗਪੁਰ ਤੇ 54 ਝਾਂਸੀ। ਹੁਣ ਇਹ ਕੀ ਸੀਗੇ ਤੇ 1856 ਵਿੱਚ ਅਵਧ ਤੇ ਕਰੂ ਪ੍ਰਸ਼ਾਸਨ ਦਾ ਆਰੋਪ ਲਾ ਕੇ ਵਾਜਿਦ ਅਲੀ ਸ਼ਾਹ ਉੱਥੋਂ ਦਾ ਸ਼ਾਸਕ ਸੀਗਾ, ਨਵਾਬ ਸੀਗਾ, ਉਹਦੀ ਬੇਗਮ ਆਪਾਂ 1857 ਦੇ ਵਿਦਰੋਹ ਵਿੱਚ ਪੜ੍ਹਦੇ ਆ ਹਜ਼ਰਤ ਬੇਗਮ। ਠੀਕ ਹੈ ਜੀ। ਹੁਣ ਇਹਦੇ ਤੇ ਕੀ ਆ ਵੀ ਤੇਰਾ ਸ਼ਾਸਨ ਵਧੀਆ ਨਹੀਂ ਚੱਲ ਰਿਹਾ, ਤੇਰਾ ਰਾਜ ਅਸੀਂ ਅੰਗਰੇਜ਼ੀ ਰਾਜ ਚ, ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਤੇ ਆਪਾਂ ਕਿਵੇਂ ਭੁੱਲ ਸਕਦੇ ਹਾਂ ਕਿ 29 ਮਾਰਚ 1849 ਆਪਣੇ ਪੰਜਾਬ ਤੇ ਅੰਗਰੇਜ਼ਾਂ ਨੇ ਅਧਿਕਾਰ ਕਰ ਦਿੱਤਾ ਸੀ। ਠੀਕ ਹੈ ਜੀ। ਹੁਣ ਇਹਦੇ 1845-46 ਪਹਿਲਾ ਐਂਗਲੋ ਸਿੱਖ ਯੁੱਧ ਤੇ 1848-49 ਦੂਜਾ ਐਂਗਲੋ ਸਿੱਖ ਯੁੱਧ ਲੜਿਆ ਗਿਆ ਸੀ। ਠੀਕ ਹੈ ਜੀ। ਹੁਣ ਦੇਖੋ 1857 ਦੀ ਕ੍ਰਾਂਤੀ ਲਗਭਗ ਅੰਗਰੇਜ਼ਾਂ ਨੂੰ ਹਿਲਾ ਦਿੱਤਾ ਸੀ। ਇਸ ਕ੍ਰਾਂਤੀ ਨੇ ਬਹੁਤ ਵੱਡਾ ਪਹਿਲਾ ਸੁਤੰਤਰਤਾ ਸੰਗਰਾਮ ਸੀਗਾ ਕਿ ਕਿਹਾ ਜਾਂਦਾ ਹੈ ਕਿ ਇਹਦੀ ਜਿਹੜੀ ਅਗਵਾਈ ਸੀਗੀ, ਜੇ ਮੰਨ ਲਓ ਤਾਂਤਿਆ ਟੋਪੇ ਜਿਆ ਕਰਦੇ ਹੁੰਦੇ, ਮੰਗਲ ਪਾਂਡੇ ਵਰਗੇ ਵੀਰ ਸੈਨਿਕ ਦੇ ਹੱਥ ਹੁੰਦੀ, ਜਦੋਂ ਆਪਾਂ ਕਹਿ ਦਈਏ ਵੀ ਇਹ ਅਗਵਾਈ ਕੌਣ ਸੀਗੀ, ਅੰਤਿਮ ਮੁਗਲ ਸ਼ਾਸਕ ਬਹਾਦਰ ਸ਼ਾਹ ਜ਼ਫਰ ਕਰ ਰਿਹਾ ਸੀਗਾ ਤੇ ਜਿਹਦਾ ਸੈਨਾਪਤੀ ਸੀਗਾ ਬਖਤ ਖਾਨ, ਜਿਹਦੀ ਪਤਨੀ ਸੀਗੀ ਜਿੰਨਤ ਮਹਿਲ, ਜਿਨ੍ਹਾਂ ਨੂੰ 1858 ਦੇ ਵਿੱਚ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜ ਦਿੱਤਾ ਗਿਆ ਸੀ, ਰੰਗੂਨ, ਤੇ ਉਹਨਾਂ ਦੀ 1862 ਦੇ ਵਿੱਚ ਰੰਗੂਨ ਦੇ ਵਿੱਚ ਕੀ ਆ ਉਹਨਾਂ ਦਾ ਮਕਬਰਾ, ਉਹਨਾਂ ਦੀ ਡੈਥ ਹੋ ਗਈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ 1857 ਤੋਂ ਬਾਅਦ ਇਹ ਜਿਹੜਾ ਕੰਪਨੀ ਦਾ ਸ਼ਾਸਨ ਚੱਲ ਰਿਹਾ ਸੀ ਨਾ, ਇਹ ਖਤਮ ਹੋ ਜਾਂਦਾ 1857 ਦੇ ਵਿੱਚ, ਜੋ ਆਪਾਂ ਪਿੱਛੇ ਐਕਟ ਪੜ੍ਹੇ ਆ। ਹੁਣ 1858 ਦਾ ਦੌਰ ਇੱਕ ਅਜਿਹਾ ਦੌਰ ਆਉਂਦਾ ਕਿ ਉਦੋਂ ਕੰਪਨੀ ਦੇ ਵਿੱਚ ਐਕਟ ਖਤਮ ਹੋ ਕੇ ਹੁਣ ਕੀ ਆ, ਇਹ ਜਿਹੜਾ ਸ਼ਾਸਨ ਹੈ ਇਹ ਬ੍ਰਿਟਿਸ਼ ਸੰਸਦ ਦੇ ਅਧੀਨ ਚਲਾ ਜਾਂਦਾ। ਤਾਂ ਇਹਦਾ ਪਹਿਲਾ ਜੋ ਐਕਟ ਬਣਦਾ ਭਾਰਤ ਸਰਕਾਰ ਅਧਿਨਿਯਮ 1858। ਆਪਾਂ ਗੱਲ ਕਰਦੇ ਹਾਂ ਕਿ ਪਹਿਲਾ ਐਕਟ ਭਾਰਤ ਸਰਕਾਰ ਅਧਿਨਿਯਮ 1858। ਠੀਕ ਹੈ ਜੀ। ਹੁਣ ਦੇਖੋ ਭਾਰਤ ਸਰਕਾਰ ਅਧਿਨਿਯਮ 1858 ਬ੍ਰਿਟਿਸ਼ ਸੰਸਦ ਮੰਤਰੀ ਪਰਿਸ਼ਦ ਦੇ ਵਿੱਚ ਕੀ ਸੀਗਾ, ਇੱਕ ਭਾਰਤੀ ਮੰਤਰੀ ਦੀ ਨਿਯੁਕਤੀ ਕੀਤੀ ਗਈ। ਜੋ ਪਹਿਲਾ ਭਾਰਤੀ ਸੀਗਾ ਉਹਦਾ ਨਾਮ ਸੀ ਸਰ ਚਾਰਲਸ ਵੁੱਡ, ਜੋ ਕੀ ਹੈ ਇੱਕ ਬ੍ਰਿਟਿਸ਼ ਮੰਤਰੀ ਪਰਿਸ਼ਦ ਦੇ ਅਧੀਨ ਹੁੰਦਾ ਸੀਗਾ। ਤੇ 1858 ਦਾ ਜੋ ਪਹਿਲਾ ਅਧਿਨਿਯਮ ਸੀ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ 1861 ਦਾ ਭਾਰਤ ਸਰਕਾਰ ਅਧਿਨਿਯਮ, ਜਿਹਦੇ ਤਹਿਤ ਆਪਾਂ ਗੱਲ ਕਰਦੇ ਹਾਂ ਕਿ 3 ਉੱਚ ਨਿਆਲਿਆ ਜਿਹੜੇ ਮੁੰਬਈ, ਮਦਰਾਸ ਤੇ ਇਲਾਵਾ 3 ਹਾਈ ਕੋਰਟ ਦੀ ਸਥਾਪਨਾ ਹੋਈ ਸੀ। ਇਸ ਤੋਂ ਬਾਅਦ 1891 ਭਾਰਤ ਸਰਕਾਰ ਅਧਿਨਿਯਮ 1909, ਜਿਹਨੂੰ ਮਾਰਲੇਮੈਂਟੋ ਸੁਧਾਰ ਕਿਹਾ ਜਾਂਦਾ 1909। ਇਹਦੀ ਬਹੁਤ ਵੈਰੀ ਮੋਸਟ ਇੰਪੋਰਟੈਂਟ ਆ, ਪਹਿਲੀ ਵਾਰ ਸੰਪਰਦਾਇਕ ਚੁਣਾਵ 1909 ਦੇ ਅਧਿਨਿਯਮ ਰਾਹੀਂ ਹੋਏ ਸੀ। ਹਿੰਦੂ ਮੁਸਲਿਮ ਚੁਣਾਵ, ਕਿਉਂਕਿ 1906 ਦੇ 1885 ਵਿੱਚ ਕੀ ਬਣੀ ਇੰਡੀਅਨ ਨੈਸ਼ਨਲ ਕਾਂਗਰਸ ਤੇ 1906 ਵਿੱਚ ਕੀ ਬਣ ਗਈ ਸੀ ਮੁਸਲਿਮ ਲੀਗ। ਹੁਣ ਇੱਥੇ ਕੀ ਕਹਿੰਦੇ ਆ, ਫੁੱਟ ਪਾਓ ਤੇ
ਰਾਜ ਕਰੋ, ਫੁੱਟ ਪਾਓ ਤੇ ਰਾਜ ਕਰੋ। ਕਿਉਂ? ਕਿਉਂਕਿ 1905 ਵਿੱਚ ਕੀ ਹੋ ਗਿਆ ਸੀ, ਬੰਗਾਲ ਵੰਡ ਹੋ ਗਈ ਸੀ, ਜਿਹਦੇ ਵਿਰੋਧ ਦੇ ਵਿੱਚ ਕੀ ਆ, ਸਵਦੇਸੀ ਅੰਦੋਲਨ ਵੀ ਚੱਲਿਆ ਸੀਗਾ ਬੰਗਾਲ, ਜਿਹਨੂੰ ਜੰਗ ਭੰਗ ਦੇ ਨਾਮ ਨਾਲ ਵੀ ਬੋਲਦੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ 1919 ਦਾ ਚੈਮਸਫੋਰਡ ਅਧਿਨਿਯਮ ਜਾਂ ਭਾਰਤ ਸਰਕਾਰ ਅਧਿਨਿਯਮ। ਵੈਰੀ ਮੋਸਟ ਇੰਪੋਰਟੈਂਟ ਗੱਲ ਆ ਵੀ ਬਾਹਲੀਆਂ ਗੱਲਾਂ ਤਾਂ ਹੁਣ ਪੀਐਸਟੈਟ ਦੇ ਲੈਵਲ ਤੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਪ੍ਰਾਂਤਾਂ ਦੇ ਵਿੱਚ ਪਹਿਲੀ ਵਾਰ ਦੇਸ਼ ਸ਼ਾਸਨ ਹੋਇਆ। ਇਹ ਦੋਹਰੀ ਸ਼ਾਸਨ ਪ੍ਰਣਾਲੀ ਜਾਂ ਦੇਸ਼ ਸ਼ਾਸਨ ਪ੍ਰਣਾਲੀ ਕਿਹਾ ਕਿਹਨੂੰ ਜਾਂਦਾ ਹੈ ਕਿ ਗਵਰਨਰ ਜਨਰਲ ਹੈ ਉਹ ਆਪਦੇ ਕੰਮਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦਾ ਸੀ। ਇੱਕ ਤਾਂ ਜੋ ਪ੍ਰਾਂਤਾਂ ਦੇ ਵਿੱਚ ਗਵਰਨਰ ਸੀ, ਗਵਰਨਰਾਂ ਦੇ ਕੋਲੇ ਤੇ ਕੁਝ ਕੰਮ ਸੀਗੇ ਉਹ ਉਹਨਾਂ ਦੇ ਵਿੱਚ ਹਸਤਾਂਤਰਿਤ ਕਰਤੇ, ਵੰਡਤੇ, ਤੇ ਕੁਝ ਕੰਮ ਆਪਣੇ ਕੋਲੇ ਰੱਖ ਲੈਂਦਾ ਸੀ। ਇਹਨੂੰ ਦੋਹਰੀ ਸ਼ਾਸਨ ਪ੍ਰਣਾਲੀ ਕਹਿੰਦੇ ਸੀਗੇ। ਪ੍ਰਾਂਤਾਂ ਦੇ ਵਿੱਚ 1919 ਦੇ ਅਧਿਨਿਯਮ ਰਾਹੀਂ ਕੀ ਸੀਗਾ, ਦੋਹਰੀ ਸ਼ਾਸਨ ਪ੍ਰਣਾਲੀ ਸ਼ੁਰੂ ਕੀਤੀ ਸੀਗੀ। ਤੇ ਆਪਾਂ ਗੱਲ ਕਰੀਏ ਕਿ ਪਹਿਲੀ ਵਾਰ ਭਾਰਤੀ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ 1919 ਦੇ ਵਿੱਚ ਮਿਲਿਆ ਸੀਗਾ। ਅਮਰੀਕਾ ਦੇ ਵਿੱਚ 1920 ਚ, ਤੇ ਇੰਗਲੈਂਡ 1928 ਚ, ਤੇ ਫਰਾਂਸ 1946 ਦੇ ਵਿੱਚ। ਇਹ ਜਦੋਂ ਮੈਂ ਤੁਹਾਨੂੰ NCERT ਪੜ੍ਹਾਊਂਗਾ ਤੇ ਸਾਰੀਆਂ ਗੱਲਾਂ ਆਪਾਂ ਜੇ ਉਹਦੇ ਵਿੱਚ ਕਰਾਂਗੇ ਕਿ ਕਿਹੜੇ ਕਿਹੜੇ ਅਧਿਕਾਰ ਸੀਗੇ। ਘਰੇਲੂ ਮਹਿਲਾ ਅਧਿਕਾਰ 2006 ਜਿਹੜਾ ਪੇਪਰ ਤੁਹਾਡਾ ਪੀਐਸਟੈਟ ਕੈਂਸਲ ਹੋਇਆ ਸੀ, ਉਹਦੇ ਵਿੱਚ ਪੁੱਛਿਆ ਗਿਆ ਸੀਗਾ। ਤੁਹਾਨੂੰ ਪੇਜ ਨੰਬਰ ਤੱਕ ਦੱਸੂਗਾ ਵੀ ਕਿਹੜੇ ਪੇਜ ਤੋਂ ਕਿਹੜਾ ਕੁਐਸਚਨ ਆਇਆ ਸੀਗਾ। ਠੀਕ ਹੈ, ਤੁਸੀਂ ਜਿਹੜੀ ਮਰਜ਼ੀ ਲੂਸੈਂਟ ਚੱਕ ਲਓ, ਜਿਹੜੇ ਮਰਜ਼ੀ ਰਾਈਟਰ ਦੀ ਬੁੱਕ ਚੱਕ ਲਓ, ਜੋ NCERT ਚ ਡਾਟਾ ਹੈ ਨਾ ਤਾਂ ਉਹ ਕਿਸੇ ਬੁੱਕ 'ਚ ਨਹੀਂ। ਤਾਂ ਪੇਪਰ ਜੋ ਵੀ ਆਏਗਾ ਉਹ NCERT ਚੋਂ ਆਏਗਾ। ਤਾਂ ਮੈਂ ਜੋ ਵੀ ਗੱਲਾਂ ਕਰ ਰਿਹਾ ਲਗਭਗ NCERT ਨੂੰ ਧਿਆਨ 'ਚ ਰੱਖ ਕੇ ਕਰ ਰਹੇ ਹਾਂ, ਆਪਾਂ ਜ਼ਿਆਦਾ ਡੀਪ ਨਹੀਂ ਜਾ ਰਹੇ। ਨਾ ਹੀ ਪੀਐਸਟੈਟ ਦਾ ਇੰਨਾ ਲੈਵਲ ਜ਼ਿਆਦਾ ਡੀਪ ਪੁੱਛਿਆ ਜਾਂਦਾ ਹੈ। ਠੀਕ ਹੈ, ਧਿਆਨ ਦਿਓ। 1919 ਦਾ ਚੈਮਸਫੋਰਡ ਅਧਿਨਿਯਮ, ਹੁਣ ਇਹਦੀ ਸਮੀਖਿਆ ਕਰਨ ਦੇ ਲਈ 10 ਸਾਲਾਂ ਬਾਅਦ ਇੱਕ ਕਮੇਟੀ ਦਾ ਗਠਨ ਹੋਣਾ, ਕਮੇਟੀ ਨੇ ਹੋਣਾ ਸੀ। ਲੇਕਿਨ ਉਹ 10 ਸਾਲਾਂ ਤੋਂ ਪਹਿਲਾਂ 1927 ਵਿੱਚ ਹੀ ਆ ਗਿਆ। ਕਿਹੜਾ ਕਮਿਸ਼ਨ? ਸਾਈਮਨ ਕਮਿਸ਼ਨ। 1919 ਦੇ ਅਧਿਨਿਯਮ ਦੀ ਜਾਂਚ ਕਰਨ ਦੇ ਲਈ ਗੋ ਬੈਕ ਟੂ ਕਮਿਸ਼ਨ। ਠੀਕ ਹੈ ਜੀ, ਸਾਈਮਨ ਵਾਪਿਸ ਜਾਓ ਦੇ ਨਾਰੇ ਵੀ ਦਿੱਤੇ ਸੀਗੇ। 1928 ਦੇ ਵਿੱਚ ਲਾਲਾ ਲਾਜਪਤ ਰਾਏ ਦੀ ਕੀ ਹੋ ਗਈ ਸੀ, ਹੱਤਿਆ ਵੀ ਹੋ ਗਈ ਸੀ ਲਾਠੀ ਚਾਰਜ 'ਚ, ਕਿਉਂਕਿ ਇਹਦੇ ਜਿਹੜੇ ਇਸ ਮੈਂਬਰ ਸੀਗੇ ਨਾ 7 ਦੀ 7 ਮੈਂਬਰ ਕੌਣ ਸੀਗੇ? ਅੰਗਰੇਜ਼ ਸੀਗੇ, ਜਿਹਦੇ ਵਿੱਚ ਕੋਈ ਭਾਰਤੀ ਨਹੀਂ ਸੀਗਾ। ਕੋਈ ਵੀ ਕੀ ਸੀਗਾ? ਭਾਰਤੀ ਨਹੀਂ ਹੈਗਾ ਸੀਗਾ। 7 ਦੀ 7 ਮੈਂਬਰ ਕੌਣ ਸੀਗੇ? ਅੰਗਰੇਜ਼ ਸੀਗੇ। ਹੁਣ ਉਸ ਤੋਂ ਬਾਅਦ 1919 ਦੇ ਅਧਿਨਿਯਮ ਤੋਂ ਬਾਅਦ ਆ ਯਾਦ ਰੱਖਿਓ 1935 ਦਾ ਅਧਿਨਿਯਮ ਪ੍ਰਾਂਤਾਂ 'ਚ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕਰਕੇ ਕਿੱਥੇ ਸ਼ੁਰੂ ਕਰਤੀ? ਕੇਂਦਰ 'ਚ ਸ਼ੁਰੂ ਕਰਤੀ। RBI ਬੈਂਕਾਂ ਦਾ ਬੈਂਕ, ਭਾਰਤ ਦਾ ਸਭ ਤੋਂ ਵੱਡਾ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ 2019 ਤੋਂ ਪਹਿਲਾਂ ਇੱਕ ਜੰਮੂ ਕਸ਼ਮੀਰ ਨਾਲ ਲੈਣ ਦੇਣ ਨਹੀਂ ਕਰਦਾ ਸੀਗਾ, ਕਿਉਂਕਿ ਉਦੋਂ ਜੰਮੂ ਕਸ਼ਮੀਰ ਦਾ ਆਰਟੀਕਲ 370 ਦੇ ਤਹਿਤ ਕੀ ਸੀਗਾ? 1 ਲੱਖ ਸੰਵਿਧਾਨ ਸੀਗਾ। 1 ਅਪ੍ਰੈਲ 1935 RBI ਦੀ ਸਥਾਪਨਾ ਹੋਈ ਸੀਗੀ। ਤੇ ਉਸ ਤੋਂ ਬਾਅਦ ਆਪਾਂ ਅਗਰ ਗੱਲ ਕਰੀਏ ਕਿ 1935 ਦੇ ਅਧਿਨਿਯਮ ਰਾਹੀਂ ਹੀ ਪਹਿਲੀ ਵਾਰ 1937 ਵਿੱਚ ਕੀ ਆ ਭਾਰਤ 'ਚ ਚੁਣਾਵ ਕਰਵਾਏ ਗਏ ਸੀਗੇ, ਜਿਹਦੇ ਵਿੱਚ ਕਾਂਗਰਸ ਦੀ ਜਿੱਤ ਸੀ। 11 ਚੋਂ ਕਾਂਗਰਸ ਨੂੰ 7 ਸੀਟਾਂ ਤੇ ਜਿੱਤ ਮਿਲੀ ਸੀ। ਠੀਕ ਹੈ ਜੀ, ਹੁਣ ਆਪਾਂ ਗੱਲ ਕਰੀਏ 1935। ਇਹਦੇ ਬਾਰੇ ਯਾਦ ਰੱਖਿਆ ਜੇ ਭਾਰਤ ਦੇ ਸੰਵਿਧਾਨ ਦਾ ਲਗਭਗ 75% ਭਾਗ, 75 ਨੂੰ ਜੇ ਆਪਾਂ ਥੋੜਾ ਜਿਹਾ ਮੈਥ ਦੀ ਭਾਸ਼ਾ 'ਚ ਸਮਝੀਏ ਤਾਂ 75% ਹਟਾਇਆ ਬਟਾ 100 ਆ ਹੋ ਗਿਆ ਜੀ 3/4 ਭਾਗ। ਇਹ ਆਪਾਂ ਕਿੱਥੋਂ ਲਿਆ ਗਿਆ? ਭਾਰਤ ਸਰਕਾਰ ਅਧਿਨਿਯਮ 1935 ਤੋਂ ਲਿਆ। ਠੀਕ ਹੈ ਜੀ, ਹੁਣ ਕਈ ਵਾਰ ਪੇਪਰ 'ਚ ਕੁਐਸਚਨ ਆਉਂਦਾ ਕਿ ਆਪਾਂ ਮੌਲਿਕ ਅਧਿਕਾਰ ਕਿੱਥੋਂ ਲਏ? USA ਤੋਂ। USA ਤੋਂ ਆਪਣੇ ਫੰਡਾਮੈਂਟਲ ਰਾਈਟ। ਲੇਕਿਨ ਆਪਸ਼ਨ ਦੇ ਵਿੱਚ ਅਗਰ USA ਨਹੀਂ ਹੈ ਤਾਂ ਉਹਦਾ ਆਨਸਰ ਕੀ ਹੋਊਗਾ? ਭਾਰਤ ਸਰਕਾਰ ਅਧਿਨਿਯਮ 1935। ਠੀਕ ਹੈ ਜੀ, ਕਿਉਂਕਿ 1935 ਦੇ ਅਧਿਨਿਯਮ ਵਿੱਚ ਵੀ ਤਾਂ ਕਿੱਥੋਂ ਲਏ ਗਏ ਸੀ? USA ਤੋਂ ਲਏ ਗਏ। ਹੁਣ ਬਹੁਤ ਵਾਰ ਬੱਚਾ ਸੋਚਦਾ ਵੀ ਆਪਸ਼ਨ ਦੇ ਵਿੱਚ ਤਾਂ USA ਹੈ ਨਹੀਂ, ਲੇਕਿਨ 1935 ਦੇ ਵਿੱਚ ਆਪਾਂ ਭਾਰਤ ਦੇ ਸੰਵਿਧਾਨ ਦਾ ਬਹੁਤ ਵੱਡਾ ਭਾਗ 75% ਭਾਗ ਕਿੱਥੋਂ ਲਿਆ ਗਿਆ? ਭਾਰਤ ਦੇ ਸੰਵਿਧਾਨ ਦਾ ਤਾਂ ਭਾਰਤ ਸਰਕਾਰ ਅਧਿਨਿਯਮ 1935 ਤੋਂ ਲਿਆ। ਇਹ ਕਦੋਂ ਤੱਕ ਚੱਲਿਆ?
ਲਗਭਗ 1947 ਤੱਕ ਚੱਲਿਆ ਤੇ ਅੰਤਿਮ ਸੀਗਾ 1947 ਭਾਰਤ ਸਰਕਾਰ ਅਧਿਨਿਯਮ। ਠੀਕ ਹੈ ਜੀ, ਇਹ ਸੀਗੇ ਅਧਿਨਿਯਮ। ਇਹਨਾਂ ਨੂੰ ਆਪਾਂ ਅਧਿਨਿਯਮ ਬੋਲਦੇ ਆ। ਕਿਹੜੇ ਐਕਟ ਸੀਗੇ ਤੇ ਕਿਹੜੇ ਅਧਿਨਿਯਮ ਸੀਗੇ, ਇਹ ਇੱਕ ਵਾਰ ਥੋੜੀ ਜਿਹੀ ਮੈਂ ਅਲੱਗ ਤੋਂ ਲਿਖ ਕੇ ਤੁਹਾਨੂੰ ਫਿਰ ਦੱਸ ਦਿੰਦਾ ਵੀ ਕਿਹੜੇ ਸੀਗੇ ਜਿਹੜੇ ਕੰਪਨੀ ਦੇ ਦੁਆਰਾ ਬਣਾਏ ਗਏ ਸੀਗੇ। ਦੇਖੋ 1773 ਤੋਂ ਬਾਅਦ ਬੱਚੇ ਬੋਲਣਗੇ ਕਿ ਸਾਨੂੰ ਇੱਕ 1781 ਤੇ 1784 ਦਾ ਪਿਰਸ ਐਕਟ ਨਹੀਂ ਕਰਵਾਇਆ। ਦੇਖੋ ਇਹ 20 ਸਾਲਾਂ ਵਾਲੇ ਤੁਹਾਨੂੰ ਮੈਂ ਡਾਇਰੈਕਟ ਦੱਸਦੇ ਸੀ, ਹੁਣ ਦੱਸਦੇ ਇਹਨੂੰ ਸੰਸ਼ੋਧਿਤ ਅਧਿਨਿਯਮ ਤੇ ਇਹਨੂੰ ਪਿਰਸ ਐਕਟ ਬੋਲਿਆ ਜਾਂਦਾ। 1793, ਠੀਕ ਹੈ ਜੀ। ਉਸ ਤੋਂ ਬਾਅਦ 1813 ਭਾਰਤੀ ਸਿੱਖਿਆ ਤੇ 1 ਲੱਖ, ਈਸਾਈ ਸਿੱਖਿਆ ਜਿਹੜਾ ਪ੍ਰਸਾਰ 1833 1853 ਇਹ ਸੀ। ਇੱਧਰ ਹੁਣ ਸੁਣੋ ਜੋ ਬ੍ਰਿਸਟ ਸੰਸਦ ਦੇ 1858 1861 ਆ ਹੋ ਗਿਆ ਜੀ 1861 1891 1909 1919 ਠੀਕ ਹੈ ਜੀ ਤੇ 1935 ਤੇ 1947 ਇਹ ਸੀਗੇ ਭਾਰਤ ਸਰਕਾਰ ਅਧਿਨਿਯਮ। ਭਾਰਤ ਸਰਕਾਰ ਅਧਿਨਿਯਮ ਤੇ ਇਧਰ ਜੋ ਆਪਣੇ ਕੋਲੇ ਆ ਇਹ ਕੀ ਆ, ਚਾਰਟਰ ਐਕਟ। ਠੀਕ ਹੈ ਜੀ, ਇਹਨੂੰ ਆਪਾਂ ਚਾਰਟਰ ਐਕਟ ਬੋਲ, ਚਾਰਟਰ ਐਕਟ। ਠੀਕ ਹੈ ਜੀ, ਇਹ 1773 ਵਿੱਚ ਬਣੇ ਸੀ। ਹੁਣ ਇੱਕ ਕਨਸੈਪਟ ਹੋਰ ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਬੰਗਾਲ ਦਾ ਗਵਰਨਰ, ਇੱਕ ਬੰਗਾਲ ਦਾ ਗਵਰਨਰ ਜਨਰਲ ਤੇ ਇੱਕ ਭਾਰਤ ਦਾ ਗਵਰਨਰ ਜਨਰਲ। ਫਿਰ ਆਪਾਂ ਅੱਗੇ ਵਧਦੇ ਹਾਂ। ਇੱਥੇ ਆਪਾਂ ਗੱਲ ਕਰਦੇ ਹਾਂ ਬੰਗਾਲ ਦਾ ਗਵਰਨਰ। ਬੰਗਾਲ ਦਾ ਗਵਰਨਰ, ਠੀਕ ਹੈ ਜੀ, ਪਹਿਲਾ ਤੇ ਲਾਸਟ, ਪਹਿਲਾ ਤੇ ਅੰਤ। ਤੇ ਇੱਕ ਸਾਈਡ ਤੇ ਮੈਂ ਤੁਹਾਨੂੰ ਦੱਸਦਾ ਬੰਗਾਲ ਦਾ ਗਵਰਨਰ ਤੇ ਜਨਰਲ। ਠੀਕ ਹੈ ਜੀ, ਹੁਣ ਦੇਖੋ ਬੰਗਾਲ ਦਾ ਜੋ ਪਹਿਲਾ ਗਵਰਨਰ ਜਨਰਲ ਸੀਗਾ, ਪਹਿਲਾ ਗਵਰਨਰ ਸੀਗਾ, ਇਹ 1757 ਦੇ ਵਿੱਚ ਬਣਿਆ। ਕੌਣ ਬਣਿਆ? ਰੌਬਰਟ ਕਲਾਈਵ। ਰੌਬਰਟ ਕਲਾਈਵ ਕੌਣ ਬਣਿਆ ਜੀ? ਰੌਬਰਟ ਕਲਾਈਵ ਬਣਿਆ ਸੀਗਾ। ਠੀਕ ਹੈ ਜੀ, ਹੁਣ ਇੱਥੇ ਅੰਤਿਮ ਕੌਣ ਆ? ਵਾਰਨ ਹੈਸਟਿੰਗ। ਵਾਰਨ ਹੈਸਟਿੰਗ। ਤੇ ਹੁਣ ਆਪਾਂ ਗੱਲ ਕਰੀਏ ਵੀ ਇੱਥੇ ਆਪਣੇ ਕੋਲੇ ਬੰਗਾਲ ਦਾ ਪਹਿਲਾ ਗਵਰਨਰ ਜੋ ਲਾਸਟ ਹੈ ਨਾ, ਇਹਨੂੰ ਗਵਰਨਰ ਜਨਰਲ ਨੂੰ ਕੀ ਬਣਾਤਾ? ਬੰਗਾਲ ਦਾ ਪਹਿਲਾ ਗਵਰਨਰ ਜਨਰਲ ਵਾਰਨ ਹੈਸਟਿੰਗ। ਹੈਸਟਿੰਗ। ਹੁਣ ਇੱਥੇ ਅੰਤਿਮ ਕੌਣ ਹੋਊਗਾ? ਲਾਰਡ ਵਿਲੀਅਮ ਬੈਂਟਿਕ। ਲਾਰਡ ਵਿਲੀਅਮ ਬੈਂਟਿਕ। ਵਿਲੀਅਮ ਬੈਂਟਿਕ। ਲਾਰਡ ਵਿਲੀਅਮ ਬੈਂਟਿਕ। ਹੁਣ ਇਹ ਭਾਰਤ ਦਾ ਪਹਿਲਾ ਗਵਰਨਰ ਜਨਰਲ। ਸੁਣਿਓ ਜੀ, ਭਾਰਤ ਦਾ ਪਹਿਲਾ ਗਵਰਨਰ ਜਨਰਲ। ਭਾਰਤ ਦਾ ਪਹਿਲਾ ਗਵਰਨਰ ਜਨਰਲ ਤੇ ਅੰਤਿਮ ਗਵਰਨਰ ਜਨਰਲ 1833। 1800 ਕੀ ਹੋਇਆ कि इन्होंने कहता जो बंगाल का गवर्नर जनरल सी ना वो बंगाल का नहीं है, हुण की है संपूर्ण भारत का गवर्नर जनरल। ते संपूर्ण भारत का पहला गवर्नर जनरल कौन सी जो लास्ट सी बंगाल का? लॉर्ड विलियम बेंटिक। लॉर्ड विलियम बेंटिक। लॉर्ड विलियम बेंटिक। ठीक है जी। ते अंतिम कैनिंग। लॉर्ड कैनिंग। ये कदों सीगा? 1757 ਦੇ ਵਿੱਚ। ਇਹ ਕੀ ਸੌਰੀ 1857। ਇਹ ਭਾਰਤ ਦਾ ਕੀ ਸੀ? ਅੰਤਿਮ ਆਪਣੇ ਗਵਰਨਰ
ਜਰਨਲ ਭਾਰਤ ਦਾ। ਹੁਣ ਇੱਥੇ ਨਾ 1757 ਤੋਂ ਬਾਅਦ 1858 ਵਿੱਚ ਇੱਕ ਨਵਾਂ ਨਾਮ ਨਾਲ ਐਡ ਹੋ ਜਾਂਦਾ ਹੈ, ਵਾਇਸਰਾਏ। ਕੀ ਹੋ ਜਾਂਦਾ ਹੈ? ਭਾਰਤ ਦਾ ਗਵਰਨਰ ਜਨਰਲ ਤੇ ਵਾਇਸ ਗਵਰਨਰ ਜਨਰਲ ਦਾ ਵਾਇਸਰਾਏ। ਇਹ ਨਹੀਂ ਹੈ ਕਿ ਗਵਰਨਰ ਜਨਰਲ ਦੀ ਪੋਸਟ ਖਤਮ ਤੇ ਵਾਇਸਰਾਏ ਸ਼ੁਰੂ। ਹੁਣ ਥੋੜਾ ਜਿਹਾ ਧਿਆਨ ਦੇ ਨਾਲ ਸਮਝਿਆ ਜੇ ਵੀ ਇਹ ਵਾਇਸਰਾਏ ਸੀ ਕੌਣ? ਆਪ ਆਪਣੇ ਮੰਨ ਲਓ ਵੀ ਭਾਰਤ ਦਾ, ਠੀਕ ਹੈ ਜੀ। ਹੁਣ ਇੱਕ ਤਾਂ ਉਹ ਬ੍ਰਿਸ਼ਟ ਭਾਰਤ ਜਿੱਥੇ ਸਿੱਧੇ ਡਾਇਰੈਕਟ ਅੰਗਰੇਜ਼ਾਂ ਦਾ ਸ਼ਾਸਨ ਹੋਇਆ ਕਰਦਾ ਸੀ। ਆ ਮੰਨ ਲਓ ਜਿਵੇਂ ਵੀ ਜਿੱਥੇ ਈਸਟ ਕੀ ਹੋ ਗਿਆ? ਰਾਜ ਹੋ ਗਿਆ, ਠੀਕ ਹੈ, ਰਾਜ ਕਰਦੇ ਆ। ਕੋਈ ਇੱਕ ਉਹ ਭਾਰਤ ਜਿੱਥੇ ਦੇਸੀ ਰਾਜੇ ਮਹਾਰਾਜਿਆਂ ਦਾ ਰਾਜ ਹੋਇਆ ਕਰਦਾ ਸੀ। ਕਿਹਨਾਂ ਦਾ ਰਾਜ ਹੋਇਆ ਕਰਦਾ ਸੀਗਾ? ਰਾਜੇ ਮਹਾਰਾਜਿਆਂ ਦਾ ਰਾਜ ਹੋਇਆ ਕਰਦਾ ਸੀ ਇੱਥੇ। ਹੁਣ ਜਦੋਂ ਆ ਗਵਰਨਰ ਜਨਰਲ ਆ, ਮੰਨ ਲਓ ਆ ਕੈਨਿੰਗ ਆ, ਠੀਕ ਹੈ ਜੀ। ਆ ਕੌਣ ਆ? ਕੈਨਿੰਗ ਆ। ਮੰਨਣਾ ਆਪਾਂ ਤਾਂ ਇੱਕ ਵਾਰ, ਠੀਕ ਹੈ ਜੀ। ਇਹ ਕੈਨਿੰਗ ਆ। ਹੁਣ ਇਹ ਕੈਨਿੰਗ ਨੇ ਜਦੋਂ ਇਹ ਇੱਧਰ ਗਿਆ ਅੰਗਰੇਜ਼ ਭਾਰਤ ਦੇ ਵਿੱਚ, ਇੱਥੇ ਤਾਂ ਇੱਥੇ ਇਹਨੂੰ ਕੀ ਕਹਿੰਦੇ ਆ? ਇੱਥੇ ਇਹਦਾ ਨਾਮ ਕੀ ਹੋ ਜਾਊਗਾ? ਇੱਥੇ ਇਹਨੂੰ ਕਹਿਣਗੇ ਗਵਰਨਰ ਜਨਰਲ। ਤੇ ਜਦੋਂ ਇਹੀ ਬੰਦਾ ਆ ਦੇਸੀ ਭਾਰਤ ਚ ਗਿਆ ਚਲਾ ਜਿੱਥੇ ਰਾਜੇ ਮਹਾਰਾਜਿਆਂ ਦਾ ਰਾਜ, ਉੱਥੇ ਇਹਨੂੰ ਕੀ ਕਹਿੰਦੇ ਆ? ਵਾਇਸਰਾਏ ਕਹਿੰਦੇ। ਮੈਨੂੰ ਨਹੀਂ ਲੱਗਦਾ ਵੀ ਅੱਜ ਤੋਂ ਬਾਅਦ ਤੁਸੀਂ ਇਹ ਚੀਜ਼ ਨੂੰ ਤਾਂ ਭੁੱਲ ਜਾਓਗੇ, ਕਦੇ ਨਹੀਂ ਭੁੱਲਦੇ, ਠੀਕ ਹੈ ਜੀ। ਵਾਇਸਰਾਏ ਤੇ ਗਵਰਨਰ ਜਨਰਲ, ਇਹ ਨਵਾਂ ਨਾਮ ਕਦੋਂ ਜੋੜਿਆ ਗਿਆ? 1858 ਦੇ ਐਕਟ ਰਾਹੀਂ। ਤੇ ਭਾਰਤ ਦਾ ਪਹਿਲਾ ਵਾਇਸਰਾਏ ਤੇ ਗਵਰਨਰ ਜਨਰਲ ਕੌਣ ਸੀਗਾ? ਲਾਰਡ ਕੈਨਿੰਗ ਸੀਗਾ 1858 ਵਿੱਚ। ਤੇ ਅੰਤਿਮ ਕੌਣ ਸੀਗਾ 1947 ਦੇ ਟਾਈਮ? ਲਾਰਡ ਮਾਊਂਟ ਬੈਂਟਨ। ਲਾਰਡ ਮਾਊਂਟ ਬੈਂਟਨ। ਤੇ ਇੱਕ ਹੋਰ ਯਾਦ ਰੱਖਣਾ ਡੀਅਰ, ਕਲਾਸ ਦਾ ਟਾਈਮ ਵੈਸੇ ਹੋਇਆ ਖੜਾ, ਪਰ ਇੱਕ ਅੱਧਾ ਇਹ ਕਨਸੈਪਟ ਨੂੰ ਨਾਲ ਲੱਗਦਾ ਦੱਸ ਦੂੰ, ਤੁਹਾਨੂੰ ਵਧੀਆ ਸਮਝ ਆ ਜਾਊਗਾ ਵੀ ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਵਾਇਸਰਾਏ। ਸੁਤੰਤਰ ਭਾਰਤ ਦਾ ਗਵਰਨਰ ਜਨਰਲ ਸਾਹਿਬ ਵਾਇਸਰਾਏ। ਇਹ ਕੌਣ ਆ? ਇਹ ਤੁਹਾਡਾ ਜਿਹੜਾ ਲਾਸਟ ਆ, ਕਿਉਂਕਿ ਯਕਦਮ ਤਾਂ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣੇ ਹੀ ਨਹੀਂ ਸੀਗੇ। ਕੌਣ ਸੀਗਾ? ਲਾਰਡ ਮਾਊਂਟ ਬੈਂਟਨ। ਲਾਰਡ ਮਾਊਂਟ ਬੈਂਟਨ ਉਹ ਇੱਕ ਹੀ ਬਣਿਆ ਭਾਰਤੀ। ਤੇ ਪਹਿਲਾ ਭਾਰਤੀ ਪੁੱਛ ਲੈਣ ਤੁਹਾਨੂੰ ਵੀ ਪਹਿਲਾ ਭਾਰਤੀ ਤੇ ਆਖਰੀ ਭਾਰਤੀ ਸੁਤੰਤਰ, ਇਹ ਤਾਂ ਕੌਣ ਸੀਗਾ? ਸੁਤੰਤਰ ਭਾਰਤ ਦਾ। ਕਿਉਂਕਿ ਆਪਾਂ 1947 ਚ ਯਾਦ ਹੋ ਗਏ। ਹੁਣ ਇਹ ਲਾਸਟ ਸੀਗਾ, ਇਹਨੂੰ ਹੀ ਕੀ ਬਣਾਤਾ ਆਪਾਂ? ਪਹਿਲਾ ਬਣਾਤਾ। ਹੁਣ ਪਹਿਲਾ ਭਾਰਤੀ ਵੀ ਤਾਂ ਬਣਾਉਣਾ। ਇਹ ਤਾਂ ਜੂਨ 1948 ਤੱਕ ਹੀ ਸੀ ਭਾਰਤ ਚ, ਚਲੇ ਗਏ ਉਸ ਤੋਂ ਬਾਅਦ ਅੰਗਰੇਜ਼। ਤਾਂ ਹੁਣ ਆਪਾਂ ਪਹਿਲਾ ਭਾਰਤੀ ਸੀ ਰਾਜ ਗੋਪਾਲਾਚਾਰਿਆ ਕੀ ਬਣਾਇਆ ਸੀ? ਭਾਰਤ ਦਾ ਪਹਿਲਾ ਗਵਰਨਰ ਜਨਰਲ। ਇਹ ਭਾਰਤ ਦਾ ਪਹਿਲਾ ਭਾਰਤੀ ਸੀਗਾ, ਭਾਰਤੀ ਮੂਲ ਦਾ ਇਹ ਭਾਰਤੀ ਬੰਦਾ ਸੀਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਹੁਣ ਆਪਾਂ ਜੋ ਵੀ ਪੜਿਆ ਬਹੁਤ ਬੇਸਿਕ ਜੀਆਂ ਗੱਲਾਂ ਕੀਤੀਆਂ, ਜ਼ਿਆਦਾ ਡੀਪ ਦੇ ਵਿੱਚ ਮੈਂ ਕੁਝ ਵੀ ਨਹੀਂ ਕਰਵਾਇਆ ਤੁਹਾਨੂੰ, ਨਾ ਕੁਝ 1919 ਦੇ ਅਧਿਨਿਯਮ ਤੇ 1935 ਦੇ ਅਧਿਨਿਯਮ ਬਾਰੇ ਦੱਸਿਆ, ਕਿਉਂਕਿ ਮੇਰਾ ਮੁੱਖ ਟੀਚਾ ਤੇ ਮੇਨ ਪਰਪਸ ਇਹੀ ਹੋਊਗਾ ਕਿ ਜਿੰਨਾ ਵੀ ਮੈਂ ਤੁਹਾਨੂੰ ਕਰਵਾਵਾਂ, ਜੋ ਵੀ ਕਰਵਾਵਾਂ, ਉਹ ਤੁਹਾਨੂੰ ਮੈਂ NCERT ਦੇ ਬੇਸ ਕਰਵਾਵਾਂ। ਤੇ MCQ ਸੀਰੀਜ਼ ਵੀ ਆਪਾਂ NCERT ਬੇਸ ਹੀ ਕਰਾਂਗੇ। ਤੁਸੀਂ ਇੰਨੀ ਦੇਰ ਸੁਣਿਆ, ਦੇਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।